ਸਤਿ ਸ਼੍ਰੀ ਅਕਾਲ ਜੀ। ਆਪ ਸਭ ਜੀ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਪੋਜ਼ਿਟਿਵ ਵਾਈ ਪੰਜਾਬ ਦੇ ਉੱਤੇ। ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਬੇਟਾ, ਆਪਣਾ ਫਾਇਰਮੈਨ ਦਾ ਪੇਪਰ ਆ ਗਿਆ ਤੇ ਫਾਇਰਮੈਨ ਦੇ ਪੇਪਰ ਵਾਸਤੇ ਆਪਾਂ ਸਪੈਸ਼ਲ ਸੀਰੀਜ਼ ਸ਼ੁਰੂ ਕੀਤੀ ਹੈ, ਜਿਹਦੇ ਵਿੱਚ ਆਪਾਂ ਕੱਲ ਪੰਜਾਬੀ ਪੇਪਰ ਏ ਦੀ ਕਲਾਸ ਲਗਾਈ ਸੀ ਤੇ ਅੱਜ ਆਪਾਂ ਕੰਪਿਊਟਰ ਦੀ ਕਲਾਸ ਲਗਾ ਰਹੇ ਹਾਂ। ਤਾਂ ਥੋੜਾ ਜਿਹਾ ਬਸ ਮੇਰੀ ਬੇਨਤੀ ਇਹ ਹੈਗੀ ਵੀ ਕਾਫੀ ਬੱਚਿਆਂ ਦੇ ਮੈਸੇਜ ਆਏ ਸੀਗੇ ਵੀ ਡੇਲੀ ਕਲਾਸ ਰਾਜੇ, ਡੇਲੀ 2 ਕਲਾਸਾਂ ਹੋਇਆ ਕਰਨਗੀਆਂ, ਚਿੰਤਾ ਨਾ ਕਰੋ, ਮੈਰਾਥਨ ਕਲਾਸਾਂ ਵੀ ਆਉਣਗੀਆਂ। ਤਾਂ ਸ਼ੁਰੂ ਕਰਦੇ ਹਾਂ ਆਪਾਂ। ਬਸ ਟਾਈਮ ਨਹੀਂ ਵੇਸਟ ਕਰਨਾ, ਤਾਂ ਹੀ ਮੈਂ ਲਾਈਵ ਕਲਾਸ ਨਹੀਂ ਲਗਾ ਰਿਹਾ। ਟਾਈਮ ਥੋੜਾ ਬਹੁਤ ਕੀਮਤੀ ਹੈ। ਸੋਸ਼ਲ ਮੀਡੀਆ ਦਾ ਖਹਿੜਾ ਛੱਡ ਦਿਓ, ਯਾਰਾਂ ਦੋਸਤਾਂ ਦਾ ਖਹਿੜਾ ਛੱਡ ਦਿਓ। ਬਹੁਤ ਵਧੀਆ ਪੇਪਰ ਹੈ, ਬਹੁਤ ਵਧੀਆ ਪੋਸਟ ਹੈ। ਇਹ ਜਿਹਾ ਮੌਕਾ ਦੁਬਾਰਾ ਨਹੀਂ ਮਿਲੂਗਾ। ਠੀਕ ਹੈ, ਜਿਹੜੇ ਵਿਦਿਆਰਥੀ ਥੋੜੇ ਬਹੁਤੇ ਕਮਜ਼ੋਰ ਨੇ ਪੜ੍ਹਾਈ ਦੇ ਵਿੱਚ, ਉਹਨਾਂ ਵਾਸਤੇ ਬਹੁਤ ਵਧੀਆ ਪੋਸਟ ਹੈ ਤੇ ਬਹੁਤ ਵਧੀਆ ਮੌਕਾ ਹੈ। ਠੀਕ ਹੈ, ਤਾਂ ਸ਼ੁਰੂ ਕਰਦੇ ਆ। ਕਲਾਸ ਨੂੰ ਐਂਡ ਤੱਕ ਦੇਖਿਓ, ਜੇ ਵਧੀਆ ਲੱਗੂਗੀ ਤਾਂ ਲਾਈਕ ਸ਼ੇਅਰ ਕਰ ਦਿਓ। ਗੱਲ ਕਰਦੇ ਆ ਜੀ ਸਭ ਤੋਂ ਪਹਿਲਾਂ ਕੰਪਿਊਟਰ ਦੇ ਵਿੱਚ ਆਪਾਂ ਚਲੋ ਤੋਂ ਮੈਂ ਤੁਹਾਨੂੰ ਵਾਰ-ਵਾਰ ਦਿਖਾ ਰਿਹਾ ਵੀ ਕਈ ਬੱਚੇ ਨਵੇਂ ਜੁੜਦੇ ਹਰ ਵਾਰੀ ਕਲਾਸ ਦੇ ਵਿੱਚ, ਵੀ ਉਹਨਾਂ ਨੂੰ ਮੈਂ ਦੱਸ ਦੇਣਾ ਚਾਹਣਾ ਕਿ ਪੇਪਰ ਆਪਣਾ 1 ਅਕਤੂਬਰ ਨੂੰ ਹੋਣਾ ਹੈ। ਠੀਕ ਹੈ ਜੀ, 1/10 ਨੂੰ ਥੋੜਾ ਪੇਪਰ ਹੈ ਆਪਣਾ, ਜਿਹੜਾ PSSS ਬੋਰਡ ਦਾ ਫਾਇਰਮੈਨ। ਸ਼ੁਰੂ ਕਰਦੇ ਆ। ਸਭ ਤੋਂ ਪਹਿਲਾ ਪ੍ਰਸ਼ਨ ਤੁਹਾਡੀ ਸਕਰੀਨ ਤੇ ਹੈਗਾ, ਤੁਸੀਂ ਪਹਿਲਾਂ ਆਪਣੇ ਆਪ ਆਨਸਰ ਦੇਣ ਦੀ ਕੋਸ਼ਿਸ਼ ਕਰਨੀ ਹੈ। ਤਾਂ ਅੰਗਰੇਜ਼ੀ ਪੰਜਾਬੀ ਮਾਧਿਅਮ ਦੇ ਵਿੱਚ ਆਊਗਾ ਪੇਪਰ ਤੁਹਾਡਾ, ਤੇ ਸੇਮ ਆਪਾਂ ਉਵੇਂ ਕਰਵਾ ਰਹੇ ਹਾਂ। ਕਹਿੰਦਾ ਇਹ ਟਰਮ ਐਸੋਸੀਏਟਡ ਵਿਦ ਦਾ ਕੰਪੈਰੀਜ਼ਨ ਆਫ ਦਾ ਪ੍ਰੋਸੈਸਿੰਗ ਸਪੀਡ ਆਫ ਦਾ ਡਿਫਰੈਂਟ ਕੰਪਿਊਟਰ ਸਿਸਟਮ। ਤੁਹਾਨੂੰ ਪਤਾ ਵੀ ਜਿਹੜਾ ਕੰਪਿਊਟਰ ਹੁੰਦਾ, ਕੰਪਿਊਟਰ ਦੀ ਡੈਫੀਨੇਸ਼ਨ ਹੀ ਇਹ ਹੈ ਵੀ ਕੰਪਿਊਟਰ ਕੀ ਕਰਦਾ ਰਾਜੇ, ਡਾਟਾ ਨੂੰ ਅਸੈਪਟ ਕਰਦਾ, ਫਿਰ ਉਹਨੂੰ ਕੀ ਕਰਦਾ, ਉਹਦੇ ਉੱਪਰ ਕੰਮ ਕਰਦਾ, ਯਾਨੀ ਕਿ ਪ੍ਰੋਸੈਸਿੰਗ ਕਰਦਾ, ਪ੍ਰੋਸੈਸ ਕਰਦਾ, ਤੇ ਫਿਰ ਆਪਣੇ ਕੋਲ ਕੀ ਆਉਂਦੀ ਆ, ਆਊਟਪੁੱਟ ਆਉਂਦੀ ਹੈ। ਜਿਵੇਂ ਹੁਣ ਮੈਂ ਕਹਿ ਦਵਾਂ ਇੱਥੇ ਵੀ, ਮੈਂ ਇਹਨੂੰ ਕਹਿਤਾ ਵੀ 5+2 ਡਾਟਾ ਦੇਤਾ, ਇਹ ਕੀ ਕਰੂਗਾ, ਇਹਨੂੰ ਪ੍ਰੋਸੈਸਿੰਗ ਕਰੂਗਾ, 7 ਬਣ ਜਾਊਗਾ, ਤੇ 7 ਆਪਣੇ ਕੋਲ ਕੀ ਆ ਜਾਊਗੀ, ਆਊਟਪੁੱਟ ਆ ਜਾਊਗੀ। ਠੀਕ ਹੈ, ਪਰ ਆਪਾਂ ਜਦੋਂ ਮਾਰਕੀਟ ਦੇ ਵਿੱਚ ਲੈਣ ਜਾਂਦੇ ਆ ਤਾਂ ਆਪਾਂ ਨੂੰ ਪ੍ਰੋਸੈਸਰ ਮਿਲਦਾ ਵੀ, ਕੋਈ ਕਹਿੰਦਾ ਵੀ ਤੁਸੀਂ AMD ਪ੍ਰੋਸੈਸਰ ਲੈ ਲਓ, ਇੰਟਲ ਲੈ ਲਓ। ਇੰਟਲ ਤੇ AMD ਦੋ ਕੰਪਨੀਆਂ ਪ੍ਰੋਸੈਸਰ ਬਣਾਉਂਦੀਆਂ। ਫਿਰ ਅਗਰ ਆਪਾਂ ਇੰਟਲ ਦੀ ਗੱਲ ਕਰੀਏ, ਉਹਦੇ ਵਿੱਚ i7 i9 i5 ਦਾ ਆਪਾਂ ਨੂੰ ਕੀ ਮਿਲਦੇ ਆ, i3 i5 ਤੇ i ਆਪਣੇ ਠੀਕ ਹੈ 9, ਇਹ ਪ੍ਰੋਸੈਸਰ ਮਿਲਦੇ ਆ। ਇਹਦਾ ਮਤਲਬ ਕੀ ਹੁੰਦਾ ਵੀ ਜਿੰਨਾ ਪ੍ਰੋਸੈਸਰ ਮਹਿੰਗਾ ਹੁੰਦਾ, ਉਨੀ ਉਹਦੀ ਸਪੀਡ ਕੀ ਹੁੰਦੀ ਹੈ, ਵੱਧ ਹੁੰਦੀ ਹੈ। ਪਰ ਜਿਹੜੀ ਉਹ ਪ੍ਰੋਸੈਸਿੰਗ ਸਪੀਡ ਹੈਗੀ ਆ, ਉਹ ਮੈਜ਼ਰ ਕਿਵੇਂ ਕਰਦੇ ਆ, ਆਪਾਂ ਕੱਢਦੇ ਕਿਵੇਂ ਹੈਗੇ ਆ, ਤਾਂ ਉਹ ਕੱਢਣ ਵਾਸਤੇ ਆਪਣੇ ਕੋਲ ਇੱਕ ਯੂਨਿਟ ਹੁੰਦਾ। ਯੂਨਿਟ ਕਿਹੜਾ ਹੁੰਦਾ, ਤੁਸੀਂ ਆਨਸਰ ਕਰਨਾ। ਉਹ ਯੂਨਿਟ ਹੁੰਦਾ ਰਾਜੇ MIPS। ਹੁਣ MIPS ਦਾ ਮਤਲਬ ਕੀ ਹੈਗਾ, ਮਿਲੀਅਨਸ ਆਫ ਇੰਸਟਰਕਸ਼ਨਸ ਪਰ ਸੈਕਿੰਡ। ਵੀ 1 ਸੈਕਿੰਡ ਦੇ ਵਿੱਚ ਉਹ ਕਿੰਨੀਆਂ ਮਿਲੀਅਨ ਇੰਸਟਰਕਸ਼ਨਾਂ ਨੂੰ ਕੀ ਕਰਦਾ, ਪ੍ਰੋਸੈਸ ਕਰਦਾ। ਕਿਉਂਕਿ ਕੰਪਿਊਟਰ ਬਹੁਤ ਫਾਸਟ ਹੈ। ਹੁਣ ਜਿਵੇਂ ਮੰਨ ਲਓ ਇਨਸਾਨੀ ਦਿਮਾਗ ਹੈ, ਆਪਾਂ ਹੋ ਸਕਦਾ ਵੀ ਕੰਪਿਊਟਰ ਜਿੰਨਾ ਫਾਸਟ ਨਾ ਕਰ ਸਕੀਏ, ਪਰ ਫਿਰ ਵੀ ਜਦੋਂ ਆਪਾਂ ਕਲਾਸ ਲਗਾ ਰਹੇ ਹਾਂ, ਆਪਣੇ ਦਿਮਾਗ ਦੇ ਵਿੱਚ ਕਲਾਸ ਵੀ ਚੱਲ ਰਹੀ ਹੋਊਗੀ, ਕੋਈ ਸੋਚ ਵੀ ਚੱਲ ਰਹੀ ਹੋਊਗੀ, ਪੜ੍ਹਾਈ ਦੇ ਰਿਲੇਟਡ ਵੀ ਚੱਲ ਰਹੀ ਹੋਊਗੀ, ਕੋਈ ਘਰ ਦੀ ਟੈਨਸ਼ਨ ਵੀ ਚੱਲ ਰਹੀ ਹੋਊਗੀ, ਤਾਂ ਇੱਕੋ ਟਾਈਮ ਤੇ ਕਿੰਨੀਆਂ ਪ੍ਰੋਸੈਸਿੰਗ ਹੋ ਰਹੀਆਂ ਨੇ, ਤਾਂ ਉਹਨੂੰ ਕਹਿ ਦਿੰਦੇ ਆ ਜੀ ਮਿਲੀਅਨ ਆਫ ਇੰਸਟਰਕਸ਼ਨਸ ਪਰ ਸੈਕਿੰਡ। ਤੇ ਇਹਦੀ ਫੁੱਲ ਫਾਰਮ ਯਾਦ ਰੱਖਣੀ ਹੈ, ਫੁੱਲ ਫਾਰਮ ਵੀ ਬਹੁਤ ਪੁੱਛੀ ਜਾਂਦੀ ਹੈ, ਨੋਟ ਕਰ ਲਿਓ ਰਾਜੇ। ਮਿਲੀਅਨ ਇੰਸਟਰਕਸ਼ਨਸ ਪਰ ਸੈਕਿੰਡ ਇਹਦੀ ਫੁੱਲ ਫਾਰਮ ਹੈ MIPS ਦੀ। ਇਹ ਇੱਕ ਯੂਨਿਟ ਹੈ ਪ੍ਰੋਸੈਸਿੰਗ ਸਪੀਡ ਕੱਢਣ ਦਾ। ਅੱਗੇ ਚੱਲਦੇ ਹਾਂ ਜੀ ਆਪਾਂ, ਅੱਗੇ ਗੱਲ ਕਰਦੇ ਹਾਂ ਜੀ। ਕਹਿੰਦਾ to go to a specific location in the document we use। ਦਸਤਾਵੇਜ਼, ਜਿੱਥੇ ਦਸਤਾਵੇਜ਼ ਦੀ ਗੱਲ ਕਰੂਗਾ, ਡਾਕੂਮੈਂਟ ਦੀ ਗੱਲ ਕਰੂਗਾ ਰਾਜੇ, ਆਪਣੇ ਆਪ ਸਮਝਿਆ ਕਰੋ ਬੇਟਾ ਜੀ ਕਿ ਇਹ MS ਵਰਡ ਦੀ ਗੱਲ ਕਰ ਰਿਹਾ, ਮਾਈਕਰੋਸਾਫਟ ਵਰਡ ਦੀ ਗੱਲ ਕਰ ਰਿਹਾ। ਠੀਕ ਹੈ, ਡਾਕੂਮੈਂਟ ਦਾ ਮਤਲਬ ਵਰਡ ਹੁੰਦਾ, ਸਪਰੈਡਸ਼ੀਟ ਦਾ ਮਤਲਬ ਐਕਸਲ ਹੁੰਦਾ, ਪ੍ਰੈਜੈਂਟੇਸ਼ਨ ਦਾ ਮਤਲਬ ਪਾਵਰ ਪੁਆਇੰਟ ਹੁੰਦਾ। ਠੀਕ ਹੈ, ਤਾਂ ਬੁੱਕਮਾਰਕ ਦਾ ਹੁਣ ਮਤਲਬ ਕੀ ਹੈ, ਠੀਕ ਹੈ, ਸੌਰੀ, ਲੋਕੇਸ਼ਨ ਇਨ ਅ ਡਾਕੂਮੈਂਟ, ਤਾਂ ਇਹਦਾ ਆਨਸਰ ਹੋਣਾ ਰਾਜੇ ਬੁੱਕਮਾਰਕ। ਹੁਣ ਬੁੱਕਮਾਰਕ ਦਾ ਮਤਲਬ ਕੀ ਹੈ, ਆਪਾਂ ਕੋਈ ਨੋਟਸ ਹੁੰਦੇ ਆਪਣੇ, ਆਪਾਂ ਨੂੰ ਲੱਗਦਾ ਵੀ ਇਹ ਬੜੀ ਮਹੱਤਵਪੂਰਨ ਚੀਜ਼ ਹੈ, ਆਪਾਂ ਉਹਦੇ ਉੱਪਰ ਜਾਂ ਤਾਂ ਨਿਸ਼ਾਨ ਲਾ ਦਿੰਦੇ ਆ, ਜਾਂ ਆਪਾਂ ਕੋਈ ਟਿਕ ਲਗਾ ਦਿੰਦੇ ਆ, ਜਾਂ ਆਪਾਂ ਨੂੰ ਹਾਈਲਾਈਟ ਕਰ ਦਿੰਦੇ ਆ। ਕਹਿਣ ਦਾ ਮਤਲਬ ਉਹਨੂੰ ਆਪਾਂ ਮਾਰਕ ਕਰ ਦਿੰਦੇ ਆ। ਉਵੇਂ ਕੰਪਿਊਟਰ ਦੇ ਵਿੱਚ ਮੰਨ ਲਓ ਆਪਣੇ ਕੋਲੇ ਡਾਕੂਮੈਂਟ ਬਹੁਤ ਜ਼ਿਆਦਾ ਵੱਡਾ ਹੈ, ਮੰਨ ਲਓ 100 ਲੈਣਾ ਹੈ, 50 ਲੈਣਾ ਹੈ, 1000 ਲੈਣਾ ਹੈ, ਤੇ ਆਪਾਂ ਕਿਸੇ ਸਪੈਸੀਫਿਕ ਲਾਈਨ ਦੇ ਉੱਪਰ, ਸਪੈਸੀਫਿਕ ਅੱਖਰ ਦੇ ਉੱਪਰ, ਸ਼ਬਦ ਦੇ ਉੱਪਰ ਜਾਣਾ ਚਾਹੁੰਦੇ ਆ, ਤਾਂ ਆਪਣੇ ਕੋਲ ਇੱਕ ਆਪਸ਼ਨ ਹੁੰਦੀ ਹੈ ਬੁੱਕਮਾਰਕ। ਆਪਾਂ ਅਗਰ ਬੁੱਕਮਾਰਕ ਕਰ ਦਾਂਗੇ, ਆਪਾਂ ਡਾਇਰੈਕਟ ਉੱਥੇ ਜਾ ਸਕਦੇ ਹਾਂ। ਤੇ ਬੁੱਕਮਾਰਕ ਦੀ ਜਿਹੜੀ ਆਪਸ਼ਨ ਹੁੰਦੀ ਹੈ, ਇਹ ਹੁੰਦੀ ਕਿੱਥੇ ਹੈ, ਇਹ MS ਵਰਡ ਦੇ ਵਿੱਚ ਜਾਵਾਂਗੇ ਨਾ ਆਪਾਂ, ਇਨਸਰਟ ਦੇ ਵਿੱਚ ਹੁੰਦੀ ਹੈ। ਇਨਸਰਟ 'ਚ ਜਾਓਗੇ, ਤੁਹਾਨੂੰ ਇੱਥੇ ਬੁੱਕਮਾਰਕ ਮਿਲ ਜਾਊਗਾ। ਕਿ ਮੰਨ ਲਓ ਆਪਾਂ ਜਿਵੇਂ ਹੁਣ ਆਹ ਸ਼ਬਦ ਦੇ ਉੱਪਰ ਆਪਾਂ ਬੁੱਕਮਾਰਕ ਕਰਤਾ, ਤਾਂ ਤੁਸੀਂ ਕਿਤੇ ਵੀ ਬੁੱਕਮਾਰਕ ਕਰ ਸਕਦੇ ਹੋ, ਤੁਹਾਡੀ ਮਰਜ਼ੀ ਹੈ। ਠੀਕ ਹੈ ਜੀ, ਤਾਂ ਚਲੋ, ਤੇ ਇਹ ਆਪਣਾ ਤੁਹਾਨੂੰ ਜਿਹੜੇ ਆਪਣੇ ਵੈਬ ਬਰਾਊਜ਼ਰ ਆਉਂਦੇ, ਉਹਦੇ ਵਿੱਚ ਵੀ ਮਿਲਦਾ ਵੀ ਤੁਸੀਂ ਮੰਨ ਲਓ ਕੋਈ ਵੈਬਸਾਈਟ ਨਹੀਂ ਤੁਹਾਨੂੰ ਯਾਦ ਰਹਿੰਦੀ, ਉਹਦਾ ਐਡਰੈਸ ਤੁਸੀਂ ਬੁੱਕਮਾਰਕ ਕਰ ਸਕਦੇ ਹੋ, ਨਾਮ ਬੁੱਕਮਾਰਕ ਕਰ ਸਕਦੇ ਹੋ। ਅੱਗੇ ਚੱਲਦੇ ਹਾਂ ਜੀ। ਕਹਿੰਦਾ which symbol is used to convert a relative cell reference to a absolute cell reference।
पहली गल तो यह है, बेनती है भी जेडे बच्चे क्लास डायरैक्ट देख रहे हैं कृपा करके MS वर्ड एक्सल ते पावर पॉइंट की थ्योरी देख लो। जे किसी बैच विच है बैच देख लो, जे यूट्यूब ते फ्री पढ़ना तो यूट्यूब ते भी पई है। हुण पहला तो यह समझना पऊगा अपने कोले, पहला तो आपां ये समझते हैं भी एक तो हुंदा राजे अपने कोले सैल एड्रैस हुंदा है, ठीक है। दो तीन चीज़ां समझनियां पैणगियां जे एब्सोल्यूट नूं, रिलेटिव नूं ते मिक्स्ड नूं समझना है। एक सैल एड्रैस हुंदा राजे, एक हुंदा अपने कोले सैल रेंज, जिन्हों सैल आपां रेंज भी कह दिंदे आ ते सैल रैफरेंस भी कह दिंदे आ, ठीक है, इक्को ही गल है। ते तीजी गल हुंदी है जी अपने कोले सैल एड्रैस हो गया, सैल रेंज होगी, ते तीजी गल हुंदी है अपने कोले की हुंदा राजे, अपने कोले एक हुंदा फार्मूला। चलो फार्मूला फंक्शन की फिर गल करांगे। हुण सैल एड्रैस की हुंदा है, हुण जेड़ा एक्सल हैगा ना वो एक्सल दे विच की हुंदा भाई, आ कॉलम हुंदे आ ते आ हुंदियां रोज, इहनूं स्प्रैडशीट कह दिंदे आ। हुण इधर हुंदा जिवें ABC करके, इधर हुंदियां रोज 1 2 3। हुण मान लो मैं इत्थे खड़ा है, आ सैल दे विच खड़ा है, इहदा मतलब की है कि मैं A1 दे विच खड़ा है, इहदा सैल एड्रैस है भी A कॉलम ते फर्स्ट रो। मान लो मैं इत्थे खड़ा है, ठीक है, इहदा मतलब की हो गया B कॉलम ते थर्ड रो ते B3, ਇਹ ਤਾਂ ਸੈੱਲ ਐਡਰੈਸ ਹੋ ਗਿਆ। ਇਹ ਤਾਂ ਸਿੰਗਲ ਦੀ ਗੱਲ ਕੀਤੀ ਮੈਂ। ਹੋ ਸਕਦਾ ਵੀ ਮੈਂ ਮਲਟੀਪਲ ਸੈੱਲ ਨੂੰ ਕੀ ਕਰਨਾ ਹੋਵੇ, ਸਿਲੈਕਟ ਕਰਨਾ ਹੋਵੇ। ਹੁਣ ਮੰਨ ਲਓ ਮੈਂ A1 ਤੋਂ ਲੈ ਕੇ B3 ਤੱਕ ਸਿਲੈਕਟ ਕਰ ਲਏ ਸਾਰੇ ਸੈੱਲ, ਇਹਨੂੰ ਆਪਾਂ ਕਵਾਂਗੇ ਜੀ ਸੈੱਲ ਰੇਂਜ ਜਾਂ ਕਹਿ ਦਾਂਗੇ ਸੈੱਲ ਰੈਫਰੈਂਸ। ਹੁਣ ਇਹਨੂੰ ਲਿਖਦੇ ਕਿਵੇਂ ਆ, A1 ਤੋਂ ਲੈ ਕੇ B3, ਠੀਕ ਹੈ ਜੀ। ਇਹਨੂੰ ਲਿਖਣ ਦਾ ਢੰਗ ਹੈਗਾ, ਇਹਦੇ ਵਿੱਚ ਸਿੰਗਲ ਕੋਲਨ ਆਉਂਦਾ ਹੁੰਦਾ। ਇਹ ਵੀ ਕੁਐਸਚਨ ਬਹੁਤ ਵਾਰੀ ਆਇਆ ਐਗਜ਼ਾਮ ਦੇ ਵਿੱਚ ਵੀ ਸੈੱਲ ਰੇਂਜ ਨੂੰ ਰਿਪਰੈਜ਼ੈਂਟ ਕਰਨ ਵਾਸਤੇ ਸਹੀ ਸਿੰਬਲ ਕਿਹੜਾ ਹੈਗਾ, ਇਹਨੂੰ ਕਹਿ ਦਿੰਦੇ ਆ ਸਿੰਗਲ ਕੋਲਨ। ਸੈੱਲ ਐਡਰੈਸ ਸਮਝ ਆ ਗਿਆ, ਸੈੱਲ ਰੇਂਜ ਸਮਝ ਆ ਗਈ, ਠੀਕ ਹੈ ਜੀ। ਹੁਣ ਆਪਾਂ ਚੱਲਦੇ ਆਂ ਵੀ ਜਿਹੜੇ ਹੁਣ ਇਹ ਹੁੰਦਾ ਕੀ ਹੈ, ਜਿਹੜਾ ਰੈਫਰੈਂਸ ਦੀ ਗੱਲ ਆਪਾਂ ਕਰ ਲਈ ਆ, ਰੇਂਜ ਦੀ ਗੱਲ ਕਰ ਲਈ, ਰੈਫਰੈਂਸ ਦੀ ਗੱਲ ਕਰ ਲਈ, ਇੱਕੋ ਗੱਲ ਹੀ ਆ। ਹੁਣ ਆਪਣੇ ਕੋਲੇ ਤਿੰਨ ਤਰ੍ਹਾਂ ਦੇ ਮਤਲਬ ਹੁੰਦੇ ਆ ਇਹ ਐਡਰੈਸ। ਇੱਕ ਤਾਂ ਸਭ ਤੋਂ ਜਿਹੜਾ ਕਾਮਨ ਹੁੰਦਾ ਉਹਨੂੰ ਕਹਿ ਦਿੰਦੇ ਆ ਰਿਲੇਟਿਵ ਸੈੱਲ ਰੈਫਰੈਂਸ ਕਹਿ ਦਿੰਦੇ ਆ, ਰਿਲੇਟਿਵ ਸੈੱਲ ਰੈਫਰੈਂਸ ਕਹਿ ਦਿੰਦੇ ਆ, ਠੀਕ ਹੈ। ਚਾਹੇ ਐਡਰੈਸ ਕਹਿ ਦੋ ਚਾਹੇ ਰੈਫਰੈਂਸ ਕਹਿ ਦੋ, ਇੱਕੋ ਗੱਲ ਹੈ। ਇੱਕ ਹੁੰਦਾ ਆਪਣੇ ਕੋਲੇ ਐਬਸੋਲੂਟ, ਠੀਕ ਹੈ ਜੀ, ਤੇ ਇੱਕ ਆਪਣੇ ਕੋਲੇ ਹੁੰਦਾ ਥਰਡ ਮਿਕਸਡ ਹੁੰਦਾ, ਠੀਕ ਹੈ ਜੀ। ਇੱਕ ਹੁੰਦਾ ਆਪਣੇ ਕੋਲੇ ਮਿਕਸਡ। ਹੁਣ ਹੁੰਦਾ ਕੀ ਹੈ ਰਿਲੇਟਿਵ। ਆਪਾਂ ਕਹਿੰਦੇ ਯਾਰ ਫਲਾਨਾ ਮੇਰਾ ਰਿਲੇਟਿਵ ਹੈ, ਉਹਦਾ ਸਬੰਧ ਆਪਣੇ ਨਾਲ ਹੈ। ਇਹਦਾ ਹੁਣ ਰਿਲੇਟਿਵ ਦਾ ਮਤਲਬ ਕੀ ਹੈ, ਵੈਸੇ ਤਾਂ ਦੇਖੋ ਤੁਸੀਂ ਪ੍ਰੈਕਟੀਕਲ ਦੇਖ ਲਓਗੇ ਜ਼ਿਆਦਾ ਵਧੀਆ, ਪਰ ਮੈਂ ਤੁਹਾਨੂੰ ਵੈਸੇ ਦੱਸ ਦਿੰਦਾ। ਮੰਨ ਲਓ ਮੇਰੇ ਕੋਲੇ ਕੀ ਸੀਗਾ, ਆ ਸ਼ੀਟ ਸੀਗੀ ਹਨਾ, ਸਪਰੈਡ ਸ਼ੀਟ ਸੀਗੀ। ਮੈਂ ਇੱਥੇ ਨਾ ਮੰਨ ਲਓ ਕਿ ਇੱਥੇ ਵੈਲਿਊ ਲਿਖੀਆਂ 5 ਤੇ 2, ਇੱਥੇ ਮੈਂ ਫਾਰਮੂਲਾ ਲਗਾਤਾ, ਫਾਰਮੂਲਾ ਮੈਂ ਲਗਾਤਾ, ਠੀਕ ਹੈ ਜੀ। ਮੈਂ ਲਿਖ ਲਿਆ ਸਮ, ਠੀਕ ਹੈ ਜੀ। ਮੈਂ ਇੱਥੇ ਮੰਨ ਲਓ ਇਹ ਹੈਗਾ ਜੀ A ਕਾਲਮ ਹੈ, ਆ B ਕਾਲਮ ਹੈ, ਇਹ ਮੰਨ ਲਓ ਫਸਟ ਰੋ ਹੈ, ਸੈਕੰਡ ਰੋ, ਤੇ ਮੈਂ ਲਿਖਤਾ ਇੱਥੇ ਜੀ A1 ਤੋਂ ਲੈ ਕੇ B2 ਤੱਕ, A1 ਤੋਂ ਲੈ ਕੇ A2 ਤੱਕ ਮੈਂ ਸਮ ਕਰਤਾ, ਠੀਕ ਹੈ। ਇਹਦਾ ਫਾਰਮੂਲਾ ਲਿਖਤਾ। ਜਦੋਂ ਮੈਂ ਸੇਮ ਫਾਰਮੂਲੇ ਨੂੰ ਕਾਪੀ ਕਰਕੇ ਕਿਤੇ ਹੋਰ ਲੈ ਕੇ ਜਾਊਂਗਾ, ਠੀਕ ਹੈ, ਤਾਂ ਇਹ ਜਿਹੜਾ ਹੋਊਗਾ ਫਾਰਮੂਲਾ ਰਹੂਗਾ ਤਾਂ ਉਵੇਂ ਹੀ, ਪਰ ਜਿਹੜੇ ਇਹਦੇ ਅੰਦਰ ਜਿਹੜੀ ਸੈੱਲ ਰੇਂਜ ਹੋਊਗੀ ਉਹ ਚੇਂਜ ਹੋ ਜਾਊਗੀ। ਕਿਵੇਂ ਚੇਂਜ ਹੋ ਜਾਊਗੀ, ਕਿਉਂਕਿ ਮੈਂ ਇਹਨੂੰ ਕਾਪੀ ਕਰਕੇ ਕਿਸੇ ਹੋਰ ਸੈੱਲ ਦੇ ਵਿੱਚ ਲੈ ਕੇ ਜਾ ਰਿਹਾ। ਮੰਨ ਲਓ ਮੈਂ ਇੱਥੇ ਲੈ ਜਾਵਾਂ, ਇੱਥੇ 7 ਵੈਲਿਊ, ਇੱਥੇ 2 ਵੈਲਿਊ ਹੈ ਜਾਂ 3 ਵੈਲਿਊ ਹੈ। ਹੁਣ ਜਦੋਂ ਇੱਥੇ ਫਾਰਮੂਲਾ ਆਪਾਂ ਕਾਪੀ ਕਰਾਂਗੇ, ਇਹ ਫਾਰਮੂਲਾ ਕੀ ਬਣ ਜਾਊਗਾ, ਸਮ B1 ਤੋਂ ਲੈ ਕੇ B2। ਹੁਣ ਇੱਥੇ A1 A2 ਸੀਗਾ, ਇਹਨੂੰ ਕਾਪੀ ਕੀਤਾ ਤਾਂ ਇਹਨੇ ਆਪਣੇ ਆਪ ਸੈੱਲ ਦੇ ਜਿਹੜੇ ਐਡਰੈਸ ਸੀਗਾ ਉਹ ਚੇਂਜ ਕਰਤਾ। ਇਹਨੂੰ ਕਹਿ ਦਿੰਦੇ ਆ ਰਿਲੇਟਿਵ ਸੈੱਲ ਰੈਫਰੈਂਸ। ਫਾਰਮੂਲਾ ਉਹੀ ਰਿਹਾ ਸਮ ਦਾ, ਪਰ ਇਹਨੇ ਜਿਹੜੇ ਅੰਦਰ ਸੈੱਲ ਦਾ ਰੈਫਰੈਂਸ ਸੀਗਾ ਉਹ ਕੀ ਕਰਤਾ, ਚੇਂਜ ਕਰਤਾ। ਗੱਲ ਪਤਾ ਲੱਗ ਗਈ। ਪਰ ਕਈ ਜਗ੍ਹਾ ਆਪਾਂ ਨੂੰ ਐ ਹੁੰਦਾ ਵੀ ਆਪਾਂ ਸੈੱਲ ਜਿਹੜਾ ਰੈਫਰੈਂਸ ਹੁੰਦਾ ਉਹਨੂੰ ਆਪਾਂ ਲੌਕ ਕਰਨਾ ਹੁੰਦਾ, ਐਬਸੋਲੂਟ ਬਣਾਉਣਾ ਹੁੰਦਾ। ਐਬਸੋਲੂਟ ਨੂੰ ਆਪਾਂ ਲੌਕ ਵੀ ਕਹਿ ਦਿੰਦੇ ਆ। ਹੁਣ ਲੌਕ ਦਾ ਮਤਲਬ ਕੀ ਹੈਗਾ ਕਿ ਮੈਂ ਮੰਨ ਲਓ ਇੱਥੋਂ ਫਾਰਮੂਲਾ ਕਾਪੀ ਕਰਾਂ ਸਮ A1 A2, ਜਿੱਥੇ ਮੈਂ ਪੇਸਟ ਕਰਾਂ ਉੱਥੇ ਵੀ ਇਹੀ ਫਾਰਮੂਲਾ ਕਾਪੀ ਹੋਵੇ, ਸਮ A1 ਤੋਂ ਲੈ ਕੇ A2। ਇਹਨੂੰ ਕਹਿ ਦਿੰਦੇ ਆ ਐਬਸੋਲੂਟ। ਹੁਣ ਇਹਨੂੰ ਅਗਰ ਐਬਸੋਲੂਟ ਬਣਾਉਣਾ ਤਾਂ ਆਪਾਂ ਨੂੰ ਇੱਕ ਸਿੰਬਲ ਦੀ ਵਰਤੋਂ ਕਰਨੀ ਪੈਂਦੀ, ਉਹਨੂੰ ਕਹਿ ਦਿੰਦੇ ਆ ਡਾਲਰ ਸਿੰਬਲ। ਕੀ ਕਹਿ ਦਿੰਦੇ ਆ, ਡਾਲਰ ਸਿੰਬਲ ਜਾਂ ਡਾਲਰ ਸਾਈਨ ਕਹਿ ਦਿੰਦੇ ਆ। ਹੁਣ ਇਹਨੂੰ ਯੂਜ਼ ਕਿਵੇਂ ਕਰਨਾ ਹੈ, ਯੂਜ਼ ਐਵੇਂ ਕਰਨਾ ਵੀ ਜਿੱਥੇ ਵੀ ਤੁਸੀਂ ਇਹਨੂੰ ਕੀ ਲਗਾਉਣਾ ਹੈ, ਮੰਨ ਲਓ ਮੈਂ ਸਮ, ਤਾਂ ਇਹਨੂੰ ਪਹਿਲਾਂ ਕਾਲਮ ਦੇ ਅੱਗੇ ਵੀ ਲਗਾਉਣਾ ਪਊਗਾ, ਰੋ ਦੇ ਅੱਗੇ ਵੀ ਲਾਉਣਾ ਪਊਗਾ, ਠੀਕ ਹੈ। ਫਿਰ ਮੈਂ ਮੰਨ ਲਓ ਦਿੱਤਾ, ਫਿਰ ਮੈਂ ਦਿੱਤਾ B, ਠੀਕ ਹੈ ਜੀ, ਫਿਰ ਮੈਂ ਦਿੱਤਾ 1। ਹੁਣ ਜਿੱਥੇ ਮਰਜ਼ੀ ਫਾਰਮੂਲਾ ਕਾਪੀ ਕਰੀ ਜਾਓ, ਇਹ ਫਾਰਮੂਲਾ ਸੇਮ ਹੀ ਰਹੂਗਾ। ਸਮ A1 ਤੋਂ ਲੈ ਕੇ A1 ਤੋਂ ਲੈ ਕੇ ਚਾਹੇ B1 ਕਹਿ ਦੋ ਜਾਂ A1 ਤੋਂ ਲੈ ਕੇ A2 ਕਹਿ ਦੋ, ਜੋ ਮਰਜ਼ੀ ਕਹਿ ਦੋ। ਤਾਂ ਕਹਿਣ ਦਾ ਮਤਲਬ ਮੈਨੂੰ ਆ ਜਿਹੜਾ ਸਿੰਬਲ ਹੈਗਾ ਇਹਦੀ ਵਰਤੋਂ ਕਰਨੀ ਪਊਗੀ। ਗੱਲ ਸਮਝ ਆ ਗਈ ਹੈ। ਜੇ ਜਿਨ੍ਹਾਂ ਨੂੰ ਨਹੀਂ ਸਮਝ ਆਈ ਭਾਈ ਉਹ ਪ੍ਰੈਕਟੀਕਲ ਦੇਖ ਲਓ, ਜਿਨ੍ਹਾਂ ਨੇ ਪਹਿਲਾਂ ਪ੍ਰੈਕਟੀਕਲ ਦੇਖਿਆ ਹੋਊਗਾ ਉਹਨਾਂ ਨੂੰ ਬਹੁਤ ਚੰਗੀ ਤਰ੍ਹਾਂ ਸਮਝ ਆ ਗਈ ਹੋਊਗੀ। ਗੱਲ ਉਹ ਸਿੰਬਲ ਦੀ ਗੱਲ ਕਰ ਰਿਹਾ ਵੀ ਕਿਹੜਾ ਸਿੰਬਲ ਜਿਹੜਾ ਹੈਗਾ ਉਹ ਜਿਹੜਾ ਰਿਲੇਟਿਵ ਤੋਂ ਕੀ ਬਣਾ ਦੂਗਾ, ਐਬਸੋਲੂਟ ਬਣਾ ਦੂਗਾ। ਤਾਂ ਰਿਲੇਟਿਵ ਤੋਂ ਐਬਸੋਲੂਟ ਬਣਾਉਣ ਵਾਸਤੇ ਮੈਨੂੰ ਕੀ ਚਾਹੀਦਾ ਰਾਜੇ, ਡਾਲਰ ਸਿੰਬਲ ਚਾਹੀਦਾ, ਠੀਕ ਹੈ ਜੀ।
ਤਾਂ ਕੁਐਸਚਨ ਐਵੇਂ ਵੀ ਆ ਜਾਂਦਾ ਹੁੰਦਾ ਵੀ ਹੇਠ ਲਿਖਿਆਂ ਵਿੱਚੋਂ ਕਿਹੜਾ ਐਬਸੋਲੂਟ ਸੈੱਲ ਐਡਰੈਸ ਹੈਗਾ। ਤੁਸੀਂ ਮੈਨੂੰ ਇਹ ਕਮੈਂਟ ਕਰਨਾ। ਹੁਣ ਮੈਂ ਤੁਹਾਨੂੰ ਆਪਸ਼ਨਾਂ ਦੇ ਰਿਹਾ ਵੀ ਹੇਠ ਲਿਖਿਆਂ ਵਿੱਚੋਂ ਕਿਹੜਾ ਐਬਸੋਲੂਟ ਸੈੱਲ ਰੈਫਰੈਂਸ ਦੀ ਐਗਜ਼ਾਮਪਲ ਹੈ। ਮੈਂ ਤੁਹਾਨੂੰ ਕਹਿਤਾ ਇੱਥੇ $ਸਾਈਨ B1, ਠੀਕ ਹੈ ਜੀ। ਤੁਸੀਂ ਮੈਨੂੰ ਆਨਸਰ ਕਰਨਾ। ਇੱਥੇ ਮੈਂ ਕਹਿ ਦਿੰਦਾ A B, ਠੀਕ ਹੈ ਜੀ। ਇੱਥੇ ਮੈਂ ਦਿੱਤਾ ਜੀ $ਸਾਈਨ, ਸੌਰੀ ਇੱਥੇ ਮੈਂ ਕਹਿਤਾ ਜੀ B $ਸਾਈਨ 1, ਠੀਕ ਹੈ ਜੀ। C ਆਪਸ਼ਨ ਦੇ ਵਿੱਚ ਮੈਂ $ਸਾਈਨ B $ਸਾਈਨ 1 ਤੇ D ਦੇ ਵਿੱਚ ਮੈਂ ਲਿਖਤਾ B, ਠੀਕ ਹੈ ਜੀ 1। ਹੁਣ ਤੁਸੀਂ ਮੈਨੂੰ ਇਹ ਕਮੈਂਟ ਕਰਨਾ ਵੀ ਤੁਸੀਂ ਜਦੋਂ ਕਮੈਂਟ ਕਰੋਗੇ ਇਹ ਲਿਖ ਦਿਓ ਐਬਸੋਲੂਟ ਸੈੱਲ ਰੈਫਰੈਂਸ ਦੇ ਨਾਲ ਆਪਸ਼ਨ ਦੇ ਦਿਓ, ਠੀਕ ਹੈ ਜੀ। A B C D ਦੇ ਵਿੱਚੋਂ ਕਿਹੜੀ ਹੋਊਗੀ। ਜਿਨ੍ਹਾਂ ਨੂੰ ਸਮਝ ਆ ਗਿਆ ਹੋਊਗਾ ਉਹ ਸਹੀ ਆਨਸਰ ਕਰਨਗੇ। ਚਲੋ ਅੱਗੇ ਚੱਲਦੇ ਹਾਂ ਜੀ। ਜਿਹੜਾ ਮਿਕਸਡ ਹੁੰਦਾ ਰਾਜੇ, ਮਿਕਸ ਦੇ ਵਿੱਚ ਕੀ ਹੁੰਦਾ ਵੀ ਇਕੱਲੇ ਸੈੱਲ ਦੇ ਅੱਗੇ ਵੀ ਸੈੱਲ ਜਿਹੜਾ ਕਾਲਮ ਹੈਗਾ ਉਹਦੇ ਅੱਗੇ ਹੋ ਸਕਦਾ ਹੈ $ਸਾਈਨ, ਜਾਂ ਇਕੱਲੀ ਰੋ ਅੱਗੇ ਹੋ ਸਕਦਾ ਹੈ। ਫੋਰ ਐਗਜ਼ਾਮਪਲ ਜਿਵੇਂ ਮੰਨ ਲਓ ਹੁਣ B1 ਹੈ, ਇਕੱਲਾ ਸਿੰਪਲ B1 ਤਾਂ ਰਿਲੇਟਿਵ ਹੈ। ਜੇ ਮੈਂ ਇਹਦੇ ਅੱਗੇ ਬਣਾ ਦੂੰਗਾ ਤਾਂ ਇਹ ਕੀ ਬਣ ਗਿਆ, ਰਿਲੇਟਿਵ ਮਿਕਸਡ ਬਣ ਗਿਆ। ਜੇ ਮੈਂ ਐ ਬਣਾ ਦੂੰਗਾ ਇਹ ਵੀ ਕੀ ਬਣ ਗਿਆ, ਮਿਕਸਡ ਬਣ ਗਿਆ, ਠੀਕ ਹੈ ਜੀ। ਦੋਵਾਂ ਦੇ ਅੱਗੇ ਲਾ ਦੂੰਗਾ ਕੀ ਬਣ ਜੂਗਾ, ਐਬਸੋਲੂਟ ਬਣ ਜੂਗਾ। ਵੈਸੇ ਤਾਂ ਮੈਂ ਬੈਠੇ ਬੈਠੇ ਨੇ ਆਨਸਰ ਤੁਹਾਨੂੰ ਕਰ ਹੀ ਦਿੱਤਾ, ਪਰ ਤੁਸੀਂ ਫਿਰ ਵੀ ਆਨਸਰ ਕਮੈਂਟ ਬਾਕਸ 'ਚ ਕਰਨਾ ਹੈ। ਚਲੋ ਅੱਗੇ ਚੱਲਦੇ ਹਾਂ ਜੀ ਆਪਾਂ। ਅੱਗੇ ਆ ਗਿਆ ਜੀ, ਕਹਿੰਦਾ ਵਿਚ ਆਫ ਦਾ ਫੋਲੋਇੰਗ ਇਜ਼ ਨਾਟ ਅ ਵੈਲਿਡ ਆਪਸ਼ਨ ਆਫ ਪੇਸਟਿੰਗ ਕਾਪੀਡ ਡਾਟਾ ਇਨ ਦਾ MS ਐਕਸਲ। ਬਹੁਤ ਵਧੀਆ ਪ੍ਰਸ਼ਨ ਹੈ, ਬਹੁਤ ਡੰਗਾਈ ਵਾਲਾ ਪ੍ਰਸ਼ਨ ਹੈ। ਕਹਿੰਦਾ ਕੀ ਹੈ ਵੀ ਇਹ ਲਿਖਿਆਂ ਵਿੱਚੋਂ ਕਿਹੜੀ ਇੱਕ ਜਿਹੜੀ ਵਿਕਲਪ ਹੈਗਾ, ਆਪਸ਼ਨ ਹੈਗੀ, ਉਹ ਸਹੀ ਨਹੀਂ ਹੈਗੀ, ਵੈਲਿਡ ਨਹੀਂ ਹੈਗੀ ਡਾਟਾ ਨੂੰ ਪੇਸਟ ਕਰਨ ਵਾਸਤੇ। ਹੁਣ ਬੱਚੇ ਇੱਥੇ ਦਿਮਾਗ ਬੱਚਿਆਂ ਦਾ ਚੱਕਰ ਖਾਣ ਲੱਗ ਜਾਊਗਾ ਵੀ ਯਾਰ ਸਰ ਤਾਂ ਗਲਤ ਕਰਵਾਈ ਜਾਂਦੇ ਆ ਵੀ ਕਾਪੀ ਤੇ ਪੇਸਟ ਤਾਂ ਹੁੰਦੀ ਆ, ਠੀਕ ਹੈ ਜੀ। ਜਾਂ ਆਪਾਂ ਜਿਹਨੂੰ ਆਪਾਂ ਕਹਿ ਦਿੰਦੇ ਆ Ctrl+C ਤੇ Ctrl+V ਤਾਂ ਹੁੰਦੀ ਹੈ। ਹੁਣ ਆ ਕੀ ਮਤਲਬ ਕਿ ਆ ਕੀ ਭਸੂੜੀ ਪੈ ਗਈ ਵੀ ਇਹ ਨਵਾਂ ਹੀ ਸੱਪ ਕੱਢਤਾ ਸਰ ਨੇ। ਮੈਂ ਨਹੀਂ ਕੱਢਿਆ ਭਾਈ, ਇਹ ਕਿਸੇ ਪੇਪਰ 'ਚ ਹੀ ਪੁੱਛਿਆ ਗਿਆ। ਪੁੱਛਿਆ ਬਹੁਤ ਵਧੀਆ ਪ੍ਰਸ਼ਨ ਹੈ। ਹੁਣ ਦੇਖੋ ਐਕਸਲ ਦੇ ਵਿੱਚ ਕੀ ਹੁੰਦਾ ਰਾਜੇ, ਫਾਰਮੂਲੇ ਹੁੰਦੇ ਆ ਕਾਫੀ ਸਾਰੇ, ਠੀਕ ਹੈ। ਤਾਂ ਤੁਹਾਨੂੰ ਮੈਂ ਫਾਰਮੂਲੇ ਸਾਰੇ ਕਰਵਾਏ ਹੋਏ ਆ। ਹੁਣ ਪਹਿਲਾ ਫਾਰਮੂਲਾ ਹੈਗਾ ਟਰਾਂਸਪੋਜ਼। ਟਰਾਂਸਪੋਜ਼ ਕੀ ਕਰਦਾ ਰਾਜੇ, ਜਿਹੜਾ ਰੋ ਦਾ ਡਾਟਾ ਹੁੰਦਾ ਉਹਨੂੰ ਕਾਲਮ 'ਚ ਕਨਵਰਟ ਕਰ ਦਿੰਦਾ ਹੈ, ਜਾਂ ਵਾਈਸ ਵਰਸਾ। ਕਾਲਮ ਡਾਟਾ ਨੂੰ ਰੋ 'ਚ ਕਰ ਦੂਗਾ, ਰੋ ਨੂੰ ਕਾਲਮ 'ਚ ਕਰ ਦੂਗਾ। ਤਾਂ ਹੁਣ ਡਾਟਾ ਆਪਣੇ ਕੋਲੇ ਪਹਿਲਾਂ ਹੀ ਪਿਆ ਵਾ, ਤੁਹਾਨੂੰ ਆਪਾਂ ਪੇਸਟ ਹੀ ਕਰ ਰਹੇ ਆ ਨਾ। ਤਾਂ ਟਰਾਂਸਪੋਜ਼ ਕੀ ਹੋ ਗਿਆ, ਇੱਕ ਵੈਲਿਡ ਆਪਸ਼ਨ ਹੋ ਗਈ, ਪਰ ਉਹਨੇ ਤਾਂ ਨਾਟ ਵੈਲਿਡ ਪੁੱਛਿਆ। ਹੁਣ ਅਗਰ ਆਪਾਂ ਨੈਕਸਟ ਗੱਲ ਕਰੀਏ, ਜਿਹੜਾ ਫਾਰਮੂਲਾ ਹੁੰਦਾ ਰਾਜੇ, ਫਾਰਮੂਲੇ ਨੂੰ ਵੀ ਆਪਾਂ ਕਾਪੀ ਕਰ ਸਕਦੇ ਹਾਂ, ਪੇਸਟ ਕਰ ਸਕਦੇ ਹਾਂ, ਠੀਕ ਹੈ। ਕਿਉਂਕਿ ਰਿਲੇਟਿਵ ਜਿਹੜਾ ਸੈੱਲ ਰੈਫਰੈਂਸ ਹੁੰਦਾ ਉਹ ਕਾਪੀ ਹੋ ਜਾਂਦਾ ਹੈ, ਤਾਂ ਫਾਰਮੂਲਾ ਵੀ ਕਾਪੀ ਪੇਸਟ ਹੋ ਸਕਦਾ, ਡਾਟਾ ਆਪਾਂ ਕਾਪੀ ਕਰਕੇ ਪੇਸਟ ਕਰ ਸਕਦੇ ਹਾਂ, ਇਹ ਵੀ ਵੈਲਿਡ ਹੋ ਗਿਆ। ਹਾਈਪਰਲਿੰਕ, ਹੁਣ ਹਾਈਪਰਲਿੰਕ ਨੂੰ ਵੀ ਆਪਾਂ ਕਾਪੀ ਕਰਕੇ ਪੇਸਟ ਕਰ ਸਕਦੇ ਹਾਂ। ਕਿ ਮੰਨ ਲਓ ਆਪਾਂ ਇੱਕ ਹਾਈਪਰਲਿੰਕ ਦਾ ਮਤਲਬ ਕੀ ਹੁੰਦਾ ਵੀ ਇੱਕ ਚੀਜ਼ ਨਾਲ ਦੂਜੀ ਚੀਜ਼ ਅਟੈਚ ਕਰਨੀ, ਠੀਕ ਹੈ। ਹੋ ਸਕਦਾ ਵੀ ਆਪਾਂ ਇੱਕ ਟੈਕਸਟ ਦੇ ਨਾਲ ਇੱਕ ਫੋਟੋ ਅਟੈਚ ਕਰ ਦਈਏ, ਫੋਟੋ ਨਾਲ ਫੋਟੋ ਅਟੈਚ ਕਰ ਦਈਏ। ਇੱਕ ਹਾਈਪਰਲਿੰਕ ਨੂੰ ਕਾਪੀ ਕਰਕੇ ਆਪਾਂ ਕਿਤੇ ਵੀ ਪੇਸਟ ਕਰ ਸਕਦੇ ਆ, ਕਰਕੇ ਦੇਖ ਲਿਓ ਐਕਸਲ 'ਚ ਹੋ ਜਾਊਗਾ। ਪਰ ਜੇ ਮੈਂ ਐਬਸੋਲੂਟ ਸੈੱਲ ਰੈਫਰੈਂਸ ਦੀ ਗੱਲ ਕਰਾਂ ਤਾਂ ਐਬਸੋਲੂਟ ਸੈੱਲ ਰੈਫਰੈਂਸ ਜਿਹੜਾ ਹੈਗਾ ਉਹ ਆਪਣਾ ਕੀ ਹੈ ਜੀ, ਮਤਲਬ ਕਿ ਡਾਟਾ ਜਿਹੜਾ ਕਾਪੀ ਕੀਤਾ ਹੁੰਦਾ ਉਹਨੂੰ ਪੇਸਟ ਨਹੀਂ ਕਰ ਸਕਦੇ ਆਪਾਂ, ਉਹ ਤਾਂ ਲੌਕ ਹੁੰਦਾ, ਠੀਕ ਹੈ ਜੀ। ਉਹ ਲੌਕ ਹੁੰਦਾ, ਉਹ ਸਿਰਫ ਕੀ ਕਰ ਸਕਦੇ ਆ ਆਪਾਂ, ਚੱਕ ਕੇ ਕਿਤੇ ਹੋਰ ਲਿਜਾ ਸਕਦੇ ਆ, ਪਰ ਵੈਲਿਊ ਉਹੀ ਦਊਗਾ, ਠੀਕ ਹੈ ਜੀ, ਜੋ ਡਾਟਾ ਪਹਿਲਾਂ ਵਾਲੇ ਸੈੱਲ ਦੇ ਵਿੱਚ ਪਿਆ। ਤੇ ਇਹਦਾ ਰਾਈਟ ਆਨਸਰ ਕੀ ਬਣ ਜਾਊਗਾ, ਤੁਹਾਡਾ D ਬਣ ਜਾਊਗਾ। ਥੋੜਾ ਜਿਹਾ ਡੰਗਾਈ ਵਾਲਾ ਪ੍ਰਸ਼ਨ ਹੈ, ਇਹਨੂੰ ਸੋਚਣ ਦੀ ਕੋਸ਼ਿਸ਼ ਕਰਿਓ, ਠੀਕ ਹੈ ਜੀ। ਥੋੜਾ ਜਿਹਾ ਸੋਚਣਾ ਪਊਗਾ ਤੁਹਾਨੂੰ। ਚਲੋ ਮੈਂ ਤੁਹਾਨੂੰ ਪ੍ਰੈਕਟੀਕਲ ਕਰਕੇ ਦਿਖਾ ਦਿੰਦਾ। ਮੈਨੂੰ ਪਤਾ ਤੁਹਾਨੂੰ ਸਮਝ ਨਹੀਂ ਆਇਆ ਹੋਊਗਾ, ਮੈਂ ਪਹਿਲਾਂ ਸ਼ੀਟ ਬਣਾਉਣੀ ਭੁੱਲ ਗਿਆ, ਨਹੀਂ ਤੁਹਾਨੂੰ ਮੈਂ ਪ੍ਰੈਕਟੀਕਲ ਜ਼ਰੂਰ ਕਰਾਉਣਾ ਸੀ, ਪਰ ਮੈਂ ਚਲੋ ਹੁਣ ਕਰਵਾ ਹੀ ਦਿੰਦਾ। ਥੋੜਾ ਟਾਈਮ ਵੱਧ ਲੱਗ ਜਾਊਗਾ, ਥੋੜੀ ਜਿਹੀ ਫਾਸਟ ਕਰ ਲਿਓ। ਮੈਂ ਤੁਹਾਨੂੰ ਕੋਈ ਐਕਸਲ ਦੀ ਨਵੀਂ ਫਾਈਲ ਲੈ ਲਾਂ, 1 ਮਿੰਟ। ਸਾਡੇ ਕੋਲ ਤਾਂ ਮਾਊਸ ਵੀ ਥੋੜਾ ਜਿਹਾ ਪਤੰਦਰ ਤੰਗ ਕਰ ਰਿਹਾ। ਮੈਂ ਲੈ ਲੈਣਾ ਜੀ ਇੱਕ ਐਕਸਲ ਦੀ ਸ਼ੀਟ ਲੈ ਲਈ ਹੈ, ਥੋੜਾ ਡਾਟਾ ਫਿਲ ਕਰ ਲਈਏ ਇਹਦੇ ਵਿੱਚ, ਠੀਕ ਹੈ। ਇਹਨੂੰ ਆਪਾਂ ਕਰ ਦਿੰਨੇ ਆ ਜੀ ਥੋੜਾ ਜਿਹਾ, ਇਹਦਾ ਜਿਹੜਾ ਫੌਂਟ ਸਾਈਜ਼ ਹੈਗਾ ਇਹਨੂੰ ਆਪਾਂ ਵਧਾ ਦਿੰਨੇ ਆ ਵੀ ਤੁਹਾਨੂੰ ਕਲੀਅਰ ਦਿਖ ਜੇ, ਠੀਕ ਹੈ ਜੀ। ਤੇ ਹੁਣ ਆਪਾਂ ਇਹਨੂੰ ਥੋੜਾ ਜਿਹਾ ਕਰ ਦਿੰਨੇ ਆ ਜ਼ੂਮ। ਆਹ ਦੇਖੋ ਧਿਆਨ ਨਾਲ, ਹੁਣ ਆਹ ਹੁੰਦਾ ਸੈੱਲ ਐਡਰੈਸ, ਦੇਖੋ ਆ ਰਿਹਾ ਨਾ A1। ਹੁਣ ਮੈਂ ਇੱਥੇ ਕਰ ਦੂੰਗਾ E1 ਆ ਜਾਊਗਾ, ਇੱਥੇ ਕਰ ਦੂੰਗਾ E3 ਆ ਜਾਊਗਾ, ਇਹ ਸੈੱਲ ਐਡਰੈਸ ਹੁੰਦਾ। ਹੁਣ ਮੰਨ ਲਓ ਕਿ ਆਪਾਂ ਤੁਹਾਨੂੰ ਮੈਂ ਟਰਾਂਸਪੋਜ਼ ਦੀ ਗੱਲ ਕੀਤੀ ਆ, ਹਨਾ। ਹੁਣ ਮੈਂ ਜਿਹੜਾ ਕਾਲਮ ਵਾਲਾ ਡਾਟਾ ਹੋਊਗਾ, ਮੰਨ ਲਓ ਮੈਂ ਕਾਲਮ ਵਿੱਚ ਡਾਟਾ ਲਿਖਤਾ 55 ਲਿਖਤਾ ਇੱਥੇ, ਠੀਕ ਹੈ ਜੀ। ਇੱਥੇ ਕਾਲਮ ਦੇ ਵਿੱਚ ਲਿਖਤਾ, ਹਾਂਜੀ। ਹੁਣ ਆਪਾਂ ਕੀ ਕਰਦੇ, ਮੰਨ ਲਓ ਟਰਾਂਸਪੋਜ਼ ਕਰਨਾ ਆਪਾਂ, ਹਨਾ। ਮੰਨ ਲਓ ਇੱਥੇ ਵੈਲਿਊ ਲਿਖ ਲਈ ਆਪਾਂ 55 87, ਠੀਕ ਹੈ, ਕੋਈ ਵੈਲਿਊ ਲਿਖ ਲਈ। ਹੁਣ ਇਹ ਵੈਲਿਊ ਕੀ ਆ, ਕਾਲਮ ਦੇ ਵਿੱਚ ਹੈ। ਮੰਨ ਲਓ ਇਹਨੂੰ ਕਾਲਮ ਨੂੰ ਆਪਾਂ ਰੋਜ਼ ਕਰਨਾ, ਆਪਾਂ ਕਾਪੀ ਕਰ ਲਿਆ। ਹੁਣ ਪੇਸਟ ਕਰਨਾ ਆਪਾਂ, ਹਨਾ। ਇਹਨੂੰ ਆਪਾਂ ਕੀ ਕਰਨਾ, ਰੋਜ਼ ਦੇ ਵਿੱਚ ਕਰਨਾ, ਤਾਂ ਆਪਾਂ ਪੇਸਟ ਕਰਕੇ ਟਰਾਂਸਪੋਜ਼ ਕਰ ਸਕਦੇ ਹਾਂ, ਠੀਕ ਹੈ ਜੀ। ਟਰਾਂਸਪੋਜ਼ ਕਰਾਂਗੇ ਨਾ ਤਾਂ ਆਪਣੇ ਕੋਲ ਕੀ ਹੋ ਗਿਆ, ਜਿਹੜੀ ਵੈਲਿਊ ਹੈਗੀਆਂ ਨੇ ਉਹ ਆਪਣੇ ਕੋਲ ਕੀ ਆ ਗਈਆਂ, ਰੋ ਦੇ ਵਿੱਚ ਆ ਗਈਆਂ। ਤੇ ਇਸ ਤਰ੍ਹਾਂ ਡਾਟਾ ਕੀ ਹੋ ਗਿਆ, ਕਾਪੀ ਪੇਸਟ ਹੋ ਗਿਆ। ਤੇ ਇਹਦਾ ਮਤਲਬ ਕੀ ਹੋ ਗਿਆ, ਪਹਿਲੀ ਆਪਸ਼ਨ ਤਾਂ ਆਪਣੀ ਠੀਕ ਹੋਊਗੀ।
दूजी ऑप्शन आप दसी सी हाइपरलिंक। मान लो मैं इतने कोई लिंक मान लो मैं इतने एक टैक्सट लिखदा क्लिक, इनू मैं लिंक जनरेट करना है ना, मान लो ਇਹਦਾ मैं लिंक जनरेट करना, लिंक वास्ते शॉर्टकट ਹੁੰਦਾ कंट्रोल के नहीं इंसर्ट जाके ਤੁਸੀਂ कर सकते हैं, इंसर्ट जाके लिंक क्रिएट कर सकते हैं। मान लो मैं इतने कंट्रोल के करदा, ਹੁਣ ਇਹਦੇ ਨਾਲ ਤੁਸੀਂ ਕੁਝ ਵੀ मतलब कोई फाइल अटैच कर दो, मान लो मैं ਇਹਦੇ ਨਾਲ फाइल अटैच कर ਦਿੰਦਾ, कोई फाइल अटैच कर ਦਿੰਦਾ, ठीक है, मैं ਤੁਹਾਨੂੰ ਆ ਜੰਗਨਾਮਾ ਸ਼ਾਹ ਮੁਹੰਮਦ अटैच करता मैं, ठीक है जी। ਆ ਦੇਖੋ ਇਹ ਹੁਣ ਕੀ ਹਾਈਪਰਲਿੰਕ ਆ, ਜਦੋਂ ਮੈਂ ਇੱਥੇ ਜਾਊਂਗਾ ਇਹਨੂੰ मैं कंट्रोल करूंगा ਤਾਂ ਮੇਰੇ ਕੋਲ ਕਿਹੜੀ ਫਾਈਲ ਖੁੱਲੂਗੀ, ਜਿਹੜੀ ਫਾਈਲ ਕੀ ਹੈ ਜੀ ਇਹਦੇ ਨਾਲ ਅਟੈਚ ਹੈ, ठीक है। आ देखो जंगनामा खुल जूगा, एक मिनट प्रोसैसिंग लगूगा थोड़ी जी, पेशेंस रखियो। देखो जंगनामा खुल गया, तो ये मतलब कि अपना हाइपरलिंक है। ਹੁਣ अगर मैं लिंक ਨੂੰ कंट्रोल कॉपी करके जिथे मर्जी पेस्ट कर सकदा, ठीक है, मेरा लिंक की है कॉपी पेस्ट हो सकता है, ठीक है जी। ਹੁਣ फार्मूला भी इदा कॉपी पेस्ट हो सकता है। मान लो मैं इतने एक फार्मूला लाता, ठीक है जी, सम नाम का फार्मूला लाता, सम मैं किहदा करता राजे, आ रेंज का सम करता, ठीक है जी, करता ना रेंज का सम, ठीक है जी। आ सम हो गया मेरा 142, तो आ फार्मूला भी मैं कॉपी कर सकता, कॉपी कर लिया, इतने मैंने की करता पेस्ट करता। ਹੁਣ ਇੱਥੇ वैल्यू 0 क्यों आ रही है, क्योंकि जो इतने फार्मूला मैं कॉपी पेस्ट किया ना, ਹੁਣ देखो फार्मूला वो सेम कॉपी हो गया सम वाला, पर इतने वो रैफरेंस उन्हें की ले लिया G1 to G2 ले लिया, समझ गए, ठीक है जी। तो इस करके है, तो आ सारी चीज़ आई होप समझ आ गई होगी। तो सिर्फ जे मैं एब्सोल्यूट की गल करा तो एब्सोल्यूट आप कॉपी पेस्ट नहीं कर सकते, ठीक है, एब्सोल्यूट कॉपी पेस्ट नहीं होंदा, मतलब कि डाटा उही रहूगा, सेम रहूगा, ठीक है। तो इस करके राइट आंसर की बनता, एब्सोल्यूट बनता है। चलो चलते हैं जी, हम आप नैक्सट देखते हैं अगला किहड़ा प्रश्न अपने सामने है। तो अगे चलते हैं जी, आप नैक्सट आ गया जी अपने को क्वेश्चन, कहता जी विच शॉर्टकट की इज यूज टू स्पैल चैक इन द MS वर्ड। स्पैल चैक राजे अपने को जो MS वर्ड के ना एक ऑप्शन होंगी है भी, मान लो आप कोई गलत स्पैलिंग भी पाने आ, जो आप गलत स्पैलिंग भी पाने आ तो भी वो जे आप स्पैल ऑटो स्पैल ऑन किया होगा तो स्पैलिंग के थले की आ जाऊगी, रैड लाइन आ जाऊगी। तो वो वास्ते शॉर्टकट कुंजी केड़ी होंदी है राजे, F7 होंदी है। ये बहुत मतलब कि 100% 101% लैवल का प्रश्न है, 100% भी नहीं मैं कहता होंदा, 101% कहना होंदा है। स्पैल चैकिंग वास्ते F7 होंदी है, ते एक अपने कोले होंदी है राजे शिफ्ट प्लस F7, ये भी बहुत पुछन लग गए है। शिफ्ट प्लस F7 होंदी है तुहाडी, ठीक है जी। थ्रीजर टूल, थ्रीजर होंदा सिनोनियम एंटोनियम वास्ते, सिनोनियम होंदे समानार्थक ते एंटोनियम होंदे विरोध अर्थी शब्द। तो शिफ्ट प्लस F7 हो गया थोड़ा थ्रीजर टूल वास्ते, ते कल्ला F7 की हो गया ऑटो स्पैल चैकर, जिन्हों कह देंगे या स्पैल चैकर की कह देंगे है, ठीक है जी। याद रखना ये F7 की होंगी, जिन्हों फंक्शन की 7 कहने आ। ये सारा कुछ होंदा कित्थे, MS वर्ड के रिव्यू के विच होंदा है। रिव्यू के जाओगे तुहानूं इत्थे स्पैलिंग एंड ग्रामर मिल जूगा, ते नाल थ्रीजर टूल भी मिल जूगा। इहदी शॉर्टकट कुंजी F7 होंदी है। थ्रीजर टूल की तुहानूं मैं दस ही दित्ता कि राजे की होंदी है, शिफ्ट प्लस F7 होंदी है, याद रख लिओ। ते हुंदे कित्थे आ, रिव्यू टैब दे विच हुंदे आ। अगे गल करिए जी, कहता फस्ट जनरेशन कंप्यूटर यूज्ड डैश फॉर सर्किट ते डैश फॉर मैमरी। ज़्यादातर सर्किट के वास्ते पुछते होंगे भी जिहड़ियां जनरेशन आईयां सी कंप्यूटर दीयां 5 जनरेशन चलदियां, तो कंप्यूटर नूं जनरेशन के बेस ते वंडिया भी, जिवें अजकल के कंप्यूटर आप देखते उवें दे नहीं होंदे सी। किसी टाइम जिन्ने अपने कमरे आ उन्ने वड्डे वड्डे कंप्यूटर होंदे सीगे, ठीक है जी। उन्होंने पहली जनरेशन के कंप्यूटर कहते सीगे। हुण जिहड़े पहली जनरेशन के कंप्यूटर सीगे वो बड़ी हीट प्रोड्यूस करते सी, क्योंकि उन्हां विच जिहड़ा सर्किट लग्गिया हुंदा सी वो सर्किट हुंदी सीगी वैक्यूम ट्यूब, ठीक है जी। तो वैक्यूम ट्यूब यूज करता सीगा सर्किट वास्ते, ते मैमरी वास्ते यूज करता सी मैग्नैटिक ड्रम। जिवें अजकल मैमरी वास्ते आपां हार्ड डिस्क यूज करते हैं, SSD यूज करते हैं। तो आ हुंदी सी तुहाडी, ठीक है जी, वैक्यूम ट्यूब, ते आ हुंदा सी तुहाडा मैग्नैटिक ड्रम। पर आपां सारियां जनरेशन दियां याद रखनियां ने। फस्ट जनरेशन दी आपां याद कर लियां, फस्ट जनरेशन ਦੇ ਵਿੱਚ वैक्यूम ट्यूब आई ਸੀਗੀ, ਸੈਕੰਡ ਜਨਰੇਸ਼ਨ ਦੇ ਵਿੱਚ ਟ੍ਰਾਂजिस्टर ਆਇਆ ਸੀ, ਥਰਡ ਜਨਰੇਸ਼ਨ ਦੇ ਵਿੱਚ IC ਆਇਆ ਸੀ, ਜਿਹਨੂੰ ਕਹਿ ਦਿੰਦੇ ਆ ਇੰਟੀਗ੍ਰੇਟਿਡ ਸਰਕਟ। ਅੱਛਾ ਮੈਂ ਤੁਹਾਨੂੰ ਦੱਸਿਆ ਵੀ ਥੱਲੇ ਕਿੱਲਾਂ ਲੱਗੀਆਂ ਹੁੰਦੀਆਂ, ਤੇ ਤੁਹਾਨੂੰ ਮੈਂ ਇਹ ਵੀ ਦੱਸਿਆ ਵੀ ਇਹਦੀ ਖੋਜ ਕਿਹਨੇ ਕੀਤੀ ਹੈ, ਉਹਦਾ ਨਾਮ ਤੁਸੀਂ ਦੱਸਣਾ, ਮੈਂ ਅੱਗੇ ਲਿਖ ਦਿੰਦਾ ਜੈਕ, ਤੇ ਪਿੱਛੇ ਉਹਦਾ ਨਾਮ ਮੈਂ ਦੱਸਿਆ ਸੀ ਕਿੱਲਾਂ ਤੋਂ ਯਾਦ ਰੱਖਣਾ, ਜੈਕ ਕਿਲਬਾਏ, ਠੀਕ ਹੈ ਜੀ। ਜੈਕ ਕਿਲਬਾਏ ਨੇ ਇਹ ਇਨਵੈਂਟ ਕੀਤਾ ਸੀ IC। फोर्थ जनरेशन ਦੇ ਵਿੱਚ ਜਾ ਕੇ ਇੱਕ ਚਿਪ ਆ ਗਈ ਸੀਗੀ VLSI, ਜਿਹਨੂੰ ਕਹਿ ਦਿੰਦੇ ਆ ਵੈਰੀ ਲਾਰਜ ਸਕੇਲ ਇੰਟੀਗ੍ਰੇਸ਼ਨ ਚਿਪ। ਹੁੰਦਾ ਤਾਂ ਉਹ IC ਸੀਗਾ ਇੱਕ ਤਰ੍ਹਾਂ ਦਾ, ਉਹਨੂੰ ਕਹਿ ਦਿੰਦੇ ਆ ਮਾਈਕਰੋ ਪ੍ਰੋਸੈਸਰ। ਕੀ ਕਹਿ ਦਿੰਦੇ ਆ, ਮਾਈਕਰੋ ਪ੍ਰੋਸੈਸਰ, ਠੀਕ ਹੈ ਜੀ। ਫਿਰ ਉਸ ਤੋਂ ਬਾਅਦ ਆਪਣੇ ਕੋਲੇ ਆ ਗਿਆ ਸੀ ULSI, ਅਲਟਰਾ ਲਾਰਜ ਸਕੇਲ ਇੰਟੀਗ੍ਰੇਸ਼ਨ ਚਿਪ ਆ ਗਈ ਸੀ, ਹੈ ਵੀ ਮਾਈਕਰੋ ਪ੍ਰੋਸੈਸਰ ਦਾ ਇੱਕ ਰੂਪ ਹੈ। ਤੇ ਪੰਜੇ ਜਨਰੇਸ਼ਨ ਦੇ ਵਿੱਚ ਕਿਹੜੇ ਕਿਹੜੇ ਸਰਕਟ ਯੂਜ਼ ਹੋਏ ਸੀ ਇਹ ਯਾਦ ਰੱਖਣਾ। ਅੱਗੇ ਚੱਲਦੇ ਹਾਂ ਜੀ ਆਪਾਂ, डैश वर्क विद द स्टैंडर्ड कॉपी एंड पेस्ट कमांड, ठीक है जी। हुण देखो आप कोई चीज कॉपी पहला तो आप ये चीज समझनी है भी कॉपी कट
ਤੇ ਪੇਸਟ ਹੁੰਦਾ ਕੀ ਹੈ, ਕਈ ਬੱਚਿਆਂ ਨੂੰ ਇਹ ਚੀਜ਼ ਕਲੀਅਰ ਨਹੀਂ ਹੈਗੀ। ਕਾਪੀ ਤੇ ਕੱਟ ਵਿੱਚ ਕੀ ਫਰਕ ਹੈ? ਮੰਨ ਲਓ ਮੈਂ ਇੱਥੇ ਲਿਖਿਆ ਇੱਕ ਵਰਡ ਲਿਖਿਆ ਹੈਲੋ, ਜਦੋਂ ਮੈਂ ਇਹਨੂੰ ਕਾਪੀ ਕਰ ਲਿਆ, ਕਾਪੀ ਕਰਨ ਵਾਸਤੇ ਆਪਾਂ ਕੰਟਰੋਲ C ਕਰਦੇ ਹਾਂ, ਕਾਪੀ ਕਰਕੇ ਪੇਸਟ ਕਰਨ ਵਾਸਤੇ ਕੰਟਰੋਲ V। ਮੰਨ ਲਓ ਮੈਂ ਹੈਲੋ ਨੂੰ ਕਾਪੀ ਕਰਕੇ ਪੇਸਟ ਕਰਤਾ, ਇਹਦਾ ਮਤਲਬ ਕੀ ਹੋ ਗਿਆ, ਆਪਾਂ ਇੱਕ ਡੁਪਲੀਕੇਟ ਕਾਪੀ ਉਹਦੀ ਜਨਰੇਟ ਕਰਤੀ। ਕੱਟ ਕਰਨ ਦਾ ਮਤਲਬ ਹੁੰਦਾ ਵੀ ਡਾਟਾ ਨੂੰ ਆਪਾਂ ਕੀ ਕਰ ਰਹੇ ਹਾਂ, ਮੂਵ ਕਰ ਰਹੇ ਹਾਂ, ਵੀ ਇੱਥੋਂ ਕੱਟ ਕਰਕੇ ਕਿਤੇ ਹੋਰ ਲੈ ਕੇ ਜਾ ਰਹੇ ਹਾਂ, ਇੱਥੇ ਆ ਕੇ ਆਪਾਂ ਪੇਸਟ ਕਰਤਾ। ਕਈ ਵਾਰੀ ਪੇਪਰ 'ਚ ਪ੍ਰਸ਼ਨ ਆ ਜਾਂਦਾ ਵੀ ਡਾਟਾ ਨੂੰ ਮੂਵ ਕਰਾਉਣ ਵਾਸਤੇ ਆਪਾਂ ਕਿਹੜੀ ਕਮਾਂਡ ਦੀ ਵਰਤੋਂ ਕਰਦੇ, ਉੱਥੇ ਕਾਪੀ ਵੀ ਪਿਆ ਹੁੰਦਾ, ਕੱਟ ਵੀ ਪਿਆ ਹੁੰਦਾ, ਬੱਚੇ ਕਾਪੀ ਲਾ ਕੇ ਆ ਜਾਂਦੇ ਆ। ਕੱਟ ਕਮਾਂਡ ਹੁੰਦੀ ਡਾਟਾ ਨੂੰ ਮੂਵ ਕਰਨ ਵਾਸਤੇ, ਡੁਪਲੀਕੇਟ ਕਾਪੀ ਜਨਰੇਟ ਕਰਨ ਵਾਸਤੇ ਕਾਪੀ, ਤੇ ਪੇਸਟ ਕਰਨ ਵਾਸਤੇ ਕੰਟਰੋਲ+V ਪੇਸਟ ਕਮਾਂਡ। ਪਰ ਇੱਕ ਗੱਲ ਤੁਸੀਂ ਕਦੇ ਸੋਚੀ ਆ ਵੀ ਜਦੋਂ ਚੀਜ਼ ਆਪਾਂ ਕਾਪੀ ਕਰਦੇ ਆ ਕੁਝ ਦੇਰ ਵਾਸਤੇ ਜਾਂ ਕੱਟ ਕਰਦੇ ਆ, ਉਹ ਚੀਜ਼ ਜਾਂਦੀ ਕਿੱਥੇ ਹੈ? ਕਿਤੇ ਨਾ ਕਿਤੇ ਤਾਂ ਮੈਮਰੀ ਲਊਗੀ। ਤਾਂ ਆਪਣੇ ਕੋਲ ਇੱਕ ਟੈਂਪਰੇਰੀ ਮੈਮਰੀ ਹੁੰਦੀ, ਥੋੜੀ ਦੇਰ ਵਾਸਤੇ ਮੈਮਰੀ ਹੁੰਦੀ, ਉਹਨੂੰ ਕਹਿ ਦਿੰਦੇ ਆ ਆਫਿਸ ਕਲਿੱਪ ਬੋਰਡ। ਕੀ ਕਹਿ ਦਿੰਦੇ ਆ? ਆਫਿਸ ਕਲਿੱਪ ਬੋਰਡ। ਕਿਉਂਕਿ ਆਫਿਸ ਕਲਿੱਪ ਬੋਰਡ ਕੀ ਕਰਦਾ, ਉਸ ਚੀਜ਼ ਨੂੰ ਉਨੀ ਦੇਰ ਕਰਕੇ ਸਟੋਰ ਕਰਕੇ ਰੱਖਦਾ ਹੈ, ਠੀਕ ਹੈ ਜੀ, ਜਿੰਨੀ ਦੇਰ ਤੱਕ ਆਪਾਂ ਨੂੰ ਪੇਸਟ ਨਹੀਂ ਕਰ ਦੇਗੇ। ਤਾਂ ਸਮਝ ਲੱਗ ਗਈ ਹੋਊਗੀ। ਜਾਂ ਆਪਾਂ ਫਾਰਮੈਟ ਪੇਂਟਰ ਕਰਦੇ ਆ, ਉਹਦੇ ਵਿੱਚ ਵੀ ਇਹੀ ਚੀਜ਼ ਯੂਜ਼ ਹੁੰਦੀ ਹੈ। ਹੁਣ ਫਾਰਮੈਟ ਪੇਂਟਰ ਕੀ ਹੁੰਦਾ, ਉਹਦੀ ਜਿਹੜੀ ਪ੍ਰੈਕਟੀਕਲ ਮੈਂ ਕਰਵਾਇਆ ਹੋਇਆ, ਬਾਕੀ ਕਿਸੇ ਹੋਰ ਵੀਡੀਓ 'ਚ ਵੀ ਆਪਾਂ ਕਰਵਾ ਦਾਂਗੇ। ਤਾਂ ਆ ਦੇਖੋ, ਤੁਸੀਂ ਜਦੋਂ ਜਾਓਗੇ ਨਾ MS ਵਰਡ, ਐਕਸਲ, ਪਾਵਰ ਪੁਆਇੰਟ ਦੇ ਵਿੱਚ ਫਾਈਲ ਦੇ ਵਿੱਚ ਜਾਓਗੇ ਤਾਂ ਇੱਥੇ ਤੁਹਾਨੂੰ ਮਿਲ ਜੂਗਾ ਕਲਿੱਪ ਬੋਰਡ, ਜਿਹਨੂੰ ਆਫਿਸ ਕਲਿੱਪ ਬੋਰਡ ਵੀ ਕਹਿ ਦਿੰਦੇ ਆ। ਹੁਣ ਦੇਖੋ, ਕੱਟ, ਕਾਪੀ, ਪੇਸਟ ਤੇ ਫਾਰਮੈਟ ਪੇਂਟਰ ਸਾਰੀਆਂ ਕਮਾਂਡ ਕਿੱਥੇ ਹੁੰਦੀਆਂ ਨੇ? ਆਫਿਸ ਕਲਿੱਪ ਬੋਰਡ ਦੇ ਵਿੱਚ ਹੁੰਦੀਆਂ ਨੇ, ਕਿਉਂਕਿ ਆਫਿਸ ਕਲਿੱਪ ਬੋਰਡ ਇੱਕ ਤਰ੍ਹਾਂ ਦੀ ਟੈਂਪਰੇਰੀ ਮੈਮਰੀ ਹੁੰਦੀ ਹੈ। ਅੱਗੇ ਚੱਲਦੇ ਹਾਂ ਜੀ। ਅਗਲਾ ਪ੍ਰਸ਼ਨ ਵੀ ਨਵਾਂ ਜੀ, ਤੁਹਾਡਾ ਅੱਜ ਤੋਂ ਪਹਿਲਾਂ ਮੈਂ ਕਦੇ ਨਹੀਂ ਕਰਾਇਆ। ਕਹਿੰਦੇ ਜੀ ਵਿਚ ਆਫ ਦਾ ਫੋਲੋਇੰਗ ਕੈਨ ਨਾਟ ਬੀ ਆਟੋਮੈਟਿਕਲੀ ਕ੍ਰੀਏਟਡ ਇਨ ਦਾ MS ਵਰਡ। ਹੁਣ MS ਵਰਡ ਦੇ ਵਿੱਚ ਲਿਖਿਆ ਵਿੱਚੋਂ ਕਿਹੜਾ ਆਟੋਮੈਟਿਕਲੀ ਆਪਾਂ ਨਹੀਂ ਬਣਾ ਸਕਦੇ, ਕ੍ਰੀਏਟ ਨਹੀਂ ਕਰ ਸਕਦੇ? ਇੱਕ ਹੋ ਗਿਆ ਜੀ ਟੇਬਲ ਆਫ ਕੰਟੈਂਟਸ। ਠੀਕ ਹੈ ਜੀ, ਟੇਬਲ ਆਫ ਕੰਟੈਂਟ ਦਾ ਮਤਲਬ ਹੁੰਦਾ ਵੀ ਜਿਹੜੇ ਆਪਾਂ ਟੇਬਲ ਬਣਾ ਰਹੇ ਹਾਂ, ਟੇਬਲ ਕੰਟੈਂਟ ਦੇ ਬਣਾ ਰਹੇ ਹਾਂ, ਉਹ ਆਟੋਮੈਟਿਕਲੀ ਜਨਰੇਟ ਹੋ ਜਾਣ, ਨਹੀਂ ਹੁੰਦੇ ਜੀ। ਠੀਕ ਹੈ ਜੀ, ਕੈਨ ਨਾਟ ਬੀ ਆਟੋਮੈਟਿਕਲੀ ਕ੍ਰੀਏਟਡ ਇਨ MS ਵਰਡ ਦੀ ਗੱਲ ਕਰਦਾ ਹੈ। ਠੀਕ ਹੈ ਜੀ, ਟੇਬਲ ਆਫ ਕੰਟੈਂਟ ਜਿਹੜੇ ਹੈਗੇ ਆ ਉਹ ਆਪਾਂ ਬਣਾ ਸਕਦੇ ਆ, ਉਹਦੀ ਆਪਣੇ ਕੋਲੇ ਆਪਸ਼ਨ ਹੁੰਦੀ ਹੈ। ਟੇਬਲ ਆਫ ਫਿਗਰ ਦੀ ਆਪਸ਼ਨ ਵੀ ਆਪਣੇ ਕੋਲੇ ਹੁੰਦੀ ਹੈ। ਟੇਬਲ ਆਫ ਟੇਬਲ ਦੀ ਆਪਸ਼ਨ ਵੀ ਹੁੰਦੀ ਹੈ, ਲੇਕਿਨ ਟੇਬਲ ਆਫ ਇੰਪੋਰਟੈਂਟ ਟਰਮ ਯੂਜ਼ਡ ਇਹ ਨਹੀਂ ਆਪਾਂ ਬਣਾ ਸਕਦੇ। ਠੀਕ ਹੈ ਜੀ, ਟੇਬਲ ਆਫ ਕੰਟੈਂਟ ਵੀ ਬਣਾ ਸਕਦੇ ਆ, ਟੇਬਲ ਆਫ ਫਿਗਰ ਵੀ ਬਣਾ ਸਕਦੇ ਆ, ਟੇਬਲ ਆਫ ਟੇਬਲਸ ਵੀ ਬਣਾ ਸਕਦੇ ਆ। ਠੀਕ ਹੈ, ਮੰਨ ਲਓ ਆਪਣੇ ਕੋਲ 10 ਤਰ੍ਹਾਂ ਦੇ ਟੇਬਲ ਆ, ਉਹਨਾਂ ਦਾ ਇੱਕ ਟੇਬਲ ਬਣਾਉਣਾ ਹੈ, ਠੀਕ ਹੈ ਜੀ, ਉਹ ਵੀ ਬਣਾ ਸਕਦੇ ਆ। ਤੇ ਸਾਰਾ ਕੁਝ ਹੁੰਦਾ ਕਿੱਥੇ ਹੈ? ਇਹ ਸਾਰਾ ਕੁਝ ਅਗਰ ਤੁਸੀਂ ਰੈਫਰੈਂਸ ਦੇ ਵਿੱਚ ਜਾਓਗੇ ਨਾ, MS ਵਰਡ ਦੇ ਰੈਫਰੈਂਸ ਦੇ ਵਿੱਚ ਆ ਪਿਆ ਟੇਬਲ ਆਫ ਕੰਟੈਂਟ ਪਿਆ, ਠੀਕ ਹੈ ਜੀ, ਆ ਪਿਆ ਜੀ ਟੇਬਲ ਆਫ ਫਿਗਰਸ ਪਿਆ, ਟੇਬਲ ਆਫ ਟੇਬਲ ਵੀ ਬਣਾ ਸਕਦੇ ਆ, ਲੇਕਿਨ ਟੇਬਲ ਆਫ ਇੰਪੋਰਟੈਂਟ ਟਰਮਸ ਦੇ ਨਹੀਂ ਬਣਾ ਸਕਦੇ ਆਪਾਂ। ਓਕੇ ਹੈ ਜੀ, ਤਾਂ ਰਾਈਟ ਆਪਸ਼ਨ ਕਿਹੜੀ ਬਣ ਜੂਗੀ ਤੁਹਾਡੀ? C ਬਣ ਜੂਗੀ। ਉਹਨੇ ਨੋਟ ਕਿਹਾ, ਠੀਕ ਹੈ, ਕੈਨ ਨੋਟ। ਚਲੋ ਅੱਗੇ ਚੱਲਦੇ ਹਾਂ ਜੀ। ਅਗਲਾ ਪ੍ਰਸ਼ਨ ਸੌਖਾ ਹੈ। ਵਿਚ ਵਨ ਆਫ ਦਾ ਫੋਲੋਇੰਗ ਇਜ਼ ਨਾਟ ਐਨ ਆਪਰੇਟਿੰਗ ਸਿਸਟਮ। ਇਹ ਲਿਖਿਆ ਵਿੱਚੋਂ ਕਿਹੜਾ ਆਪਰੇਟਿੰਗ ਸਿਸਟਮ ਨਹੀਂ ਹੈਗਾ? ਆਪਣੇ ਕੋਲੇ ਦੋ ਤਰ੍ਹਾਂ ਦੇ ਸੌਫਟਵੇਅਰ ਹੁੰਦੇ ਆ, ਜੇ ਤੁਹਾਨੂੰ ਧਿਆਨ ਹੋਵੇ, ਤੁਹਾਨੂੰ ਮੈਂ ਕਰਵਾਇਆ ਹੋਇਆ। ਵੈਸੇ ਤਾਂ 3 ਤਰ੍ਹਾਂ ਦੇ ਕਰਨੇ, ਪਰ ਮੈਂ ਹਜੇ 2 ਤਰ੍ਹਾਂ ਦੇ ਕਰਵਾਉਂਗਾ। ਇੱਕ ਹੁੰਦਾ ਜੀ ਸਿਸਟਮ ਸੌਫਟਵੇਅਰ, ਤੇ ਇੱਕ ਹੁੰਦਾ ਜੀ ਆਪਣੇ ਕੋਲੇ ਐਪਲੀਕੇਸ਼ਨ ਸੌਫਟਵੇਅਰ, ਜਿਹਨੂੰ ਆਪਾਂ ਸ਼ਾਰਟ ਫਾਰਮ ਦੇ ਵਿੱਚ ਕੀ ਕਹਿ ਦਿੰਦੇ ਆ? ਠੀਕ ਹੈ ਜੀ, ਸ਼ਾਰਟ ਫਾਰਮ ਦੇ ਵਿੱਚ ਇਹਨੂੰ ਆਪਾਂ ਐਪ ਵੀ ਕਹਿ ਦਿੰਦੇ ਆ। ਠੀਕ ਹੈ ਜੀ, ਐਪਲੀਕੇਸ਼ਨ ਸੌਫਟਵੇਅਰ ਨੂੰ। ਹੁਣ ਸਿਸਟਮ ਤੇ ਸੌਫਟਵੇਅਰ। ਸਿਸਟਮ ਸੌਫਟਵੇਅਰ, ਸਿਸਟਮ ਦਾ ਮਤਲਬ ਕੀ ਹੋ ਗਿਆ? ਮਸ਼ੀਨ, ਕੰਪਿਊਟਰ, ਮੋਬਾਈਲ। ਜਿਹੜਾ ਸਿਸਟਮ ਨੂੰ ਚਲਾਉਣ ਵਾਸਤੇ ਵਰਤਿਆ ਜਾਂਦਾ ਉਹਨੂੰ ਕਹਿ ਦਿੰਦੇ ਆ ਸਿਸਟਮ ਸੌਫਟਵੇਅਰ। ਐਪਲੀਕੇਸ਼ਨ ਹੁੰਦਾ ਵੀ ਜਿਹੜਾ ਆਪਾਂ ਆਪਦੇ ਹਿਸਾਬ ਦੇ ਨਾਲ ਚਲਾਉਣੇ ਆ, ਆਪਣੀ ਨੀਡ ਦੇ ਅਕੋਰਡਿੰਗ। ਹੋ ਸਕਦਾ ਵੀ ਜਿਹਨੇ WhatsApp ਚਲਾਉਣਾ ਉਹਨੂੰ WhatsApp ਦੀ ਐਪ ਚਾਹੀਦੀ ਹੈ, ਜਿਹਨੇ Facebook ਚਲਾਉਣਾ ਉਹਨੂੰ Facebook ਦੀ ਐਪ ਚਾਹੀਦੀ ਹੈ, ਜਿਹਨੂੰ ਮੇਰੇ ਵਰਗੇ ਮਾਝੜ ਨੇ Instagram ਨਹੀਂ ਚਲਾਉਣਾ, ਫਿਰ ਮੈਂ ਕੀ ਕਰਨੀ ਐਪ? ਤਾਂ ਉਹਨੂੰ Instagram ਦੀ ਐਪ ਕਿਹਨੂੰ ਚਾਹੀਦੀ? ਜਿਹਨੇ Instagram ਚਲਾਉਣਾ ਹੈ। ਠੀਕ ਹੈ ਜੀ, ਉਹ ਆਪਾਂ ਨੀਡ ਦੇ ਅਕੋਰਡਿੰਗ ਕਰਦੇ ਉਹਨੂੰ ਕਹਿੰਦੇ ਆ ਐਪਲੀਕੇਸ਼ਨ ਸੌਫਟਵੇਅਰ। ਪਰ ਸਿਸਟਮ ਸੌਫਟਵੇਅਰ ਹਰ ਇੱਕ ਬੰਦੇ ਨੂੰ ਚਾਹੀਦਾ। ਮੰਨ ਲਓ ਮੈਂ ਮੋਬਾਈਲ ਲੈ ਕੇ ਆ ਗਿਆ, ਉਹਦੇ ਵਿੱਚ ਸੌਫਟਵੇਅਰ ਹੀ ਨਹੀਂ ਹੈਗਾ, ਤੇ ਮੋਬਾਈਲ ਨੂੰ ਮੈਂ ਕੀ ਕਰੂੰਗਾ? ਸਰਚ ਮਾਰੂੰਗਾ, ਮੋਬਾਈਲ ਮੈਂ ਵਰਤ ਹੀ ਨਹੀਂ ਸਕਦਾ। ਤਾਂ ਸਿਸਟਮ ਸੌਫਟਵੇਅਰ ਦੀ ਕੈਟਾਗਰੀ ਚ ਆ ਜਾਂਦਾ ਤੁਹਾਡਾ ਆਪਰੇਟਿੰਗ ਸਿਸਟਮ। ਜਿਵੇਂ ਤੁਸੀਂ ਮੋਬਾਈਲ ਦੇ ਵਿੱਚ ਹੁੰਦਾ ਮੋਬਾਈਲ ਦੇ ਵਿੱਚ ਹੁੰਦਾ ਤੁਹਾਡਾ, ਠੀਕ ਹੈ, ਐਂਡਰੋਇਡ ਹੁੰਦਾ, iOS ਹੁੰਦਾ ਐਪਲ ਵਾਸਤੇ। ਤਾਂ ਇਸੇ ਤਰ੍ਹਾਂ ਤੁਹਾਡਾ ਕੰਪਿਊਟਰ ਵਿੱਚ ਹੁੰਦਾ ਵਿੰਡੋ, ਠੀਕ ਹੈ, ਵਿੰਡੋ XP, ਵਿੰਡੋ 95, ਵਿੰਡੋ 10, ਵਿੰਡੋ 11, ਲਾਈਨੈਕਸ। ਤਾਂ ਆ ਦੇਖੋ ਵਿੰਡੋ 11 ਵੀ ਅੱਜ ਕੱਲ ਲੇਟੈਸਟ ਚੱਲ ਰਿਹਾ ਹੈ। ਮਾਈਕਰੋਸੌਫਟ ਦਾ ਲਾਈਨੈਕਸ ਯੂਨਿਕਸ ਹੁੰਦਾ ਹੈ, ਡੋਸ ਹੁੰਦੀ ਹੈ, ਡੋਸ ਨੂੰ ਕਹਿ ਦਿੰਦੇ ਆ ਡਿਸਕ ਆਪਰੇਟਿੰਗ ਸਿਸਟਮ। ਇਹ ਸਭ ਤੋਂ ਪਹਿਲਾ ਆਪਰੇਟਿੰਗ ਸਿਸਟਮ ਸੀਗਾ ਤੁਹਾਡਾ ਮਾਈਕਰੋਸੌਫਟ ਦਾ। ਪਰ ਜਿਹੜਾ MS ਐਕਸਲ ਹੋ ਗਿਆ, ਵਰਡ ਹੋ ਗਿਆ, ਪਾਵਰ ਪੁਆਇੰਟ ਹੋ ਗਿਆ, ਇਹ ਇੱਕ ਤਰ੍ਹਾਂ ਦਾ ਕੀ ਹੈ? ਮਾਈਕਰੋਸੌਫਟ ਆਫਿਸ ਹੈ, ਪਰ ਇਹ ਇੱਕ ਐਪਲੀਕੇਸ਼ਨ ਸੌਫਟਵੇਅਰ ਹੈ। ਹੁਣ ਐਕਸਲ ਨੂੰ ਕੌਣ ਵਰਤੂਗਾ? ਜਿਹਨੇ ਅਕਾਊਂਟਿੰਗ ਦਾ ਕੰਮ ਕਰਨਾ ਹੈ, ਮੈਥਮੈਟੀਕਲ ਕੰਮ ਕਰਨਾ ਹੈ। ਵਰਡ ਨੂੰ ਕੌਣ ਵਰਤੂਗਾ? ਜਿਹਨੇ ਲੈਟਰ ਟਾਈਪ ਕਰਨੀ ਹੈ, ਟਾਈਪਿੰਗ ਕਰਨੀ ਹੈ। ਪਾਵਰ ਪੁਆਇੰਟ ਨੂੰ ਕੌਣ ਵਰਤੂਗਾ? ਮੇਰੇ ਵਰਗਾ ਬੰਦਾ ਜਿਹਨੇ ਕਲਾਸ ਪ੍ਰੈਜ਼ੈਂਟ ਕਰਨੀ ਹੈ। ਤਾਂ ਕਹਿਣ ਦਾ ਮਤਲਬ MS ਐਕਸਲ ਇੱਕ ਆਪਰੇਟਿੰਗ ਸਿਸਟਮ ਨਹੀਂ ਹੈਗਾ। ਉਹਨੇ ਆਹੀ ਪੁੱਛਿਆ ਸੀਗਾ। ਤੇ ਇਸ ਤੋਂ ਇਲਾਵਾ ਤੁਸੀਂ ਯਾਦ ਰੱਖਣਾ
जिन्नियां भी विंडोज आ गई माइक्रोसॉफ्ट दियां, ठीक है जी। इस तो इलावा अगर मैं गल करा ਤੁਹਾਡਾ iOS, IO ਦਾ ਮਤਲਬ ਹੁੰਦਾ ਆਈਫੋਨ ਦਾ ਆਪਰੇਟਿੰਗ ਸਿਸਟਮ, ਯੂਨਿਕਸ ਹੋ ਗਿਆ, ਉਬੰਟੂ ਹੋ ਗਿਆ, ਬਲੈਕਬੇਰੀ ਦਾ ਹੋ ਗਿਆ, ਐਂਡਰੋਇਡ ਹੋ ਗਿਆ ਮੋਬਾਈਲ ਵਾਸਤੇ, ਮੈਕ ਆਪਰੇਟਿੰਗ ਸਿਸਟਮ ਹੋ ਗਿਆ, ਫੇਡੋਰਾ ਹੋ ਗਿਆ, ਲਾਈਨਕਸ ਹੋ ਗਿਆ, ਕ੍ਰੋਮ ਆਪਰੇਟਿੰਗ ਸਿਸਟਮ ਵੀ ਆਉਂਦਾ ਹੈ, ਕ੍ਰੋਮ ਵੈਬ ਬਰਾਊਜ਼ਰ ਵੀ ਆਉਂਦਾ, ਆਪਰੇਟਿੰਗ ਸਿਸਟਮ ਵੀ ਆਉਂਦਾ ਹੈ। ਤਾਂ ਕਹਿਣ ਦਾ ਮਤਲਬ ਇਹ ਸਾਰੇ ਕੀ ਹੁੰਦੇ ਆਪਰੇਟਿੰਗ ਸਿਸਟਮ ਹੁੰਦੇ ਆ, ਮੋਟੇ-ਮੋਟੇ ਯਾਦ ਰੱਖ ਲੈਣੇ ਆ ਜਿਹੜੇ ਤੁਹਾਨੂੰ ਪੁੱਛੇ ਜਾ ਸਕਦੇ ਆ। ਤੁਹਾਨੂੰ ਆਇਡੈਂਟੀਫਾਈ ਤੁਸੀਂ ਤਾਂ ਹੀ ਕਰੋਗੇ ਜੇ ਤੁਹਾਨੂੰ ਪਤਾ ਹੋਊਗਾ। ਅੱਗੇ ਗੱਲ ਕਰਦੇ ਹਾਂ ਜੀ, ਕਹਿੰਦਾ ਵਿਚ ਆਫ ਥੀਸ ਟੂਲ ਬਾਰ ਅਲਾਓ ਚੇਂਜਿੰਗ ਆਫ ਦਾ ਫਾਉਂਟ ਐਂਡ देयर ਸਾਈਜ਼। ਤੁਹਾਨੂੰ ਪਤਾ ਵੀ ਆਪਾਂ MS ਵਰਡ ਦੇ ਵਿੱਚ ਘੱਟੋ ਘੱਟ ਸਾਈਜ਼ 8 ਰੱਖ ਸਕਦੇ ਹਾਂ ਤੇ ਵੱਧ ਤੋਂ ਵੱਧ 72 ਰੱਖ ਸਕਦੇ ਹਾਂ, ਠੀਕ ਹੈ ਜੀ। ਹੁਣ ਦੇਖੋ ਇਹ ਤਾਂ MS ਵਰਡ ਤੇ ਆਪਾਂ ਐਕਸਲ ਚ ਰੱਖ ਸਕਦੇ ਹਾਂ, ਪਾਵਰ ਪੁਆਇੰਟ ਚ ਮੈਕਸਿਮਮ ਕਿੰਨਾ ਹੁੰਦਾ ਤੁਸੀਂ ਕਮੈਂਟ ਕਰਨਾ, ਉਹ ਵੀ ਮੈਂ ਕਰਵਾਇਆ ਹੋਇਆ। ਕਹਿੰਦਾ ਵੀ ਇਹ ਕਿਹੜੇ ਟੂਲ ਬਾਰ ਦੇ ਉੱਪਰ ਹੁੰਦਾ ਹੈ, ਕਿਹੜਾ ਟੂਲ ਬਾਰ ਆਪਾਂ ਨੂੰ ਇਹ ਚੀਜ਼ ਅਲਾਓ ਕਰਦਾ ਰਾਜੇ, ਇਹ ਫਾਰਮੈਟਿੰਗ ਟੂਲ ਬਾਰ ਆਪਾਂ ਨੂੰ ਅਲਾਓ ਕਰਦਾ ਹੈ, ਠੀਕ ਹੈ ਜੀ। ਯਾਰ ਫਾਰਮੈਟਿੰਗ ਦਾ ਮਤਲਬ ਵੀ ਇਹੀ ਹੁੰਦਾ ਵੀ ਕੋਈ ਚੀਜ਼ ਨੂੰ ਆਪਾਂ ਘਟਾਉਣਾ ਵਧਾਉਣਾ ਫਾਰਮੈਟ ਕਰਨਾ। ਨਾ ਤਾਂ ਸਟੈਂਡਰਡ ਹੁੰਦਾ ਨਾ ਪ੍ਰਿੰਟ ਪ੍ਰੀਵਿਊ ਹੁੰਦਾ। ਪ੍ਰਿੰਟ ਪ੍ਰੀਵਿਊ ਤਾਂ ਹੁੰਦਾ ਪ੍ਰਿੰਟ ਕੱਢਣ ਤੋਂ ਪਹਿਲਾਂ ਦੇਖਣਾ। ਪ੍ਰੀ ਦਾ ਮਤਲਬ ਕੀ ਹੁੰਦਾ, ਪ੍ਰੀ ਦਾ ਮਤਲਬ ਹੁੰਦਾ ਪਹਿਲਾਂ ਤੇ ਵਿਊ ਦਾ ਮਤਲਬ ਹੁੰਦਾ ਦੇਖਣਾ। ਪ੍ਰਿੰਟ ਕੱਢਣ ਤੋਂ ਪਹਿਲਾਂ ਦੇਖਣਾ ਤਾਂ ਪ੍ਰਿੰਟ ਪ੍ਰੀਵਿਊ ਹੋ ਗਿਆ। ਤਾਂ ਆਪਾਂ ਇੱਥੇ ਕਿਹੜੀ ਫਾਰਮੈਟਿੰਗ ਟੂਲ ਬਾਰ ਜਿਹੜਾ ਹੈਗਾ ਉਹ ਆਪਾਂ ਨੂੰ ਇੱਕ ਸੁਵਿਧਾ ਪ੍ਰਦਾਨ ਕਰਦਾ, ਕਾਦੇ ਵਾਸਤੇ, ਫਾਉਂਟ ਸਾਈਜ਼ ਚੇਂਜ ਕਰਨ ਵਾਸਤੇ। ਅੱਗੇ ਚੱਲਦੇ ਹਾਂ ਜੀ, ਪ੍ਰੈਸ ਡੈਸ਼ ਟੂ ਸਟਾਰਟ ਦਾ ਪ੍ਰੈਜੈਂਟੇਸ਼ਨ ਫਰੋਮ ਦਾ ਬਿਗਨਿੰਗ। ਹੁਣ ਜਿਵੇਂ MS ਪਾਵਰ ਪੁਆਇੰਟ ਹੈ, ਆਪਾਂ ਕੋਈ ਚੀਜ਼ ਪ੍ਰੈਜ਼ੈਂਟ ਕਰ ਰਹੇ ਹਾਂ, ਤੁਹਾਡੇ ਸਾਹਮਣੇ ਮੈਂ 25 ਜਾਂ 30 ਸਲਾਈਡ ਪ੍ਰੈਜ਼ੈਂਟ ਕਰ ਰਿਹਾ, ਤਾਂ ਮੈਂ ਜਦੋਂ ਪ੍ਰੈਜ਼ੈਂਟੇਸ਼ਨ ਸਟਾਰਟ ਕੀਤੀ ਤਾਂ ਉਹਦੀ ਸ਼ਾਰਟਕਟ ਕੁੰਜੀ ਕੀ ਹੈ, F5। ਪਰ ਜਦੋਂ ਮੈਂ F5 ਨੱਪਦਾ ਤਾਂ ਸਭ ਤੋਂ ਪਹਿਲੀ ਪ੍ਰੈਜ਼ੈਂਟੇਸ਼ਨ ਮੇਰੇ ਸਾਹਮਣੇ ਆਊਗੀ, ਫਿਰ ਦੂਜੀ, ਫਿਰ ਤੀਜੀ, ਚੌਥੀ, ਪੰਜਵੀਂ, ਠੀਕ ਹੈ ਜੀ। ਇਹਨੂੰ ਕਹਿ ਦਿੰਦੇ ਆ ਸਲਾਈਡ ਸ਼ੋ ਨੂੰ ਸਟਾਰਟ ਕਰਨਾ ਜਾਂ ਪ੍ਰੈਜ਼ੈਂਟੇਸ਼ਨ ਸਟਾਰਟ ਕਰਨੀ। ਹੁਣ ਹੋ ਸਕਦਾ ਵੀ ਮੈਂ 10 ਸਲਾਈਡਾਂ ਬਣਾਈਆਂ ਨੇ, ਮੈਂ 5 ਤੋਂ ਸਟਾਰਟ ਕਰਨਾ, ਤੈਨੂੰ ਕਹਿ ਦਿੰਦੇ ਕਰੰਟ ਸਲਾਈਡ ਤੋਂ ਸਟਾਰਟ ਕਰਨਾ। ਤਾਂ ਕਰੰਟ ਵਾਸਤੇ ਰਾਜੇ ਇੱਕ ਕੁਐਸਚਨ ਆ ਜਾਂਦਾ ਹੁੰਦਾ ਕਈ ਵਾਰੀ ਵੀ ਕਰੰਟ ਸਲਾਈਡ ਤੋਂ ਅਗਰ ਸਲਾਈਡ ਸ਼ੋ ਚਲਾਉਣਾ ਤਾਂ ਉਹਦੇ ਵਾਸਤੇ ਕਿਹੜੀ ਕੁੰਜੀ ਵਰਤੀ ਜਾਂਦੀ ਹੈ ਰਾਜੇ, ਸ਼ਿਫਟ ਪਲੱਸ F5। ਤੇ ਬਾਈ ਡਿਫਾਲਟ ਜੇ ਚਲਾਉਣਾ ਤਾਂ F5 ਨੱਪਾਂਗੇ, ਬਿਗਨਿੰਗ ਤੋਂ ਚੱਲੂਗਾ। ਇਹਨੂੰ ਕਹਿ ਦਿੰਦੇ ਆ ਸਲਾਈਡ ਸ਼ੋ ਚਲਾਉਣਾ। ਜਿਵੇਂ ਆਪਾਂ ਚਲਾ ਰਹੇ ਹਾਂ ਤੇ ਸਲਾਈਡ ਸ਼ੋ ਨੂੰ ਰੋਕਣ ਵਾਸਤੇ ਕਿਹੜੀ ਕੁੰਜੀ ਹੁੰਦੀ ਹੈ, ਐਗਜ਼ਿਟ ਕਰਨ ਵਾਸਤੇ ਐਸਕੇਪ। ਸਭ ਤੋਂ ਪਹਿਲੀ ਤੁਹਾਡੀ ਕੀ ਹੁੰਦੀ ਹੈ, ਐਸਕੇਪ ਕੀ। ਜਿਵੇਂ ਮੈਂ ਰੋਕਤਾ, ਦੇਖੋ ਜਦੋਂ ਮੈਂ ਰੋਕਤਾ ਤਾਂ ਮੈਨੂੰ ਚਲ ਪੁੱਛ ਰਿਹਾ ਵੀ ਸੇਵ ਕਰਨਾ, ਮੈਂ ਸੇਵ ਕਰਤਾ। ਤੁਸੀਂ ਇੱਥੇ ਜਾ ਕੇ ਵੀ ਸਲਾਈਡ ਸ਼ੋ ਚਲਾ ਸਕਦੇ, ਦੇਖੋ ਬਿਗਨਿੰਗ ਤੇ ਚਲਾਓਗੇ F5, ਕਰੰਟ ਤੋਂ ਚਲਾਓਗੇ ਤਾਂ ਠੀਕ ਹੈ ਸ਼ਿਫਟ ਪਲੱਸ F5। ਹੁਣ ਮੈਂ ਦੇਖੋ ਬਿਗਨਿੰਗ ਤੋਂ ਚਲਾਉਂਗਾ ਤਾਂ ਪਹਿਲੀ ਤੋਂ ਚੱਲ ਪੂਗਾ, ਫਸਟ ਵਾਲੀ ਤੋਂ। ਜੇ ਕਰੰਟ ਤੋਂ ਚਲਾਉਣਾ ਤਾਂ ਮੈਂ ਸ਼ਿਫਟ ਪਲੱਸ F5 ਕਰੂੰਗਾ ਤਾਂ ਮੇਰਾ ਇੱਥੋਂ ਚੱਲ ਪੂਗਾ। ਤਾਂ ਕਹਿਣ ਦਾ ਮਤਲਬ ਦੋਨੇ ਹੀ ਯਾਦ ਰੱਖਣੇ ਆ। ਅੱਗੇ ਚੱਲਦੇ ਹਾਂ ਜੀ ਆਪਾਂ, ਨੈਕਸਟ ਆ ਗਿਆ ਜੀ, ਕਹਿੰਦਾ ਵਿਚ ਆਫ ਦਾ ਫੋਲੋਇੰਗ ਇਜ਼ ਨਾਟ ਏ ਸੋਸ਼ਲ ਮੀਡੀਆ ਪਲੇਟਫਾਰਮ। ਸੋਸ਼ਲ ਮੀਡੀਆ ਹੁੰਦਾ ਵੀ ਜਿੱਥੇ ਆਪਾਂ ਹਰ ਇੱਕ ਬੰਦੇ ਨੂੰ ਆਜ਼ਾਦੀ ਹੁੰਦੀ ਹੈ ਕੁਝ ਲਿਖਣ ਦੀ, ਬੋਲਣ ਦੀ। ਸੋਸ਼ਲ ਮੀਡੀਆ, ਮੀਡੀਆ ਦਾ ਮਤਲਬ ਕੀ ਹੁੰਦਾ, ਇੱਕ ਪਲੇਟਫਾਰਮ ਜਿਹਦੇ ਨਾਲ ਆਪਾਂ ਜੁੜਦੇ ਹਾਂ। ਹੁਣ ਜਿਵੇਂ ਫੇਸਬੁੱਕ ਵੀ ਇੱਕ ਸੋਸ਼ਲ ਮੀਡੀਆ ਪਲੇਟਫਾਰਮ ਹੈ, ਇੰਸਟਾਗ੍ਰਾਮ ਵੀ ਹੈਗਾ, ਟਵਿੱਟਰ ਵੀ ਹੈਗਾ। ਪਰ ਜਿਹੜਾ ਪੇਟੀਐਮ ਹੈਗਾ, ਪੇਟੀਐਮ ਕੀ ਹੈ, ਇੱਕ ਤਰ੍ਹਾਂ ਦਾ ਪੇਟੀਐਮ ਜਿਹੜੀ ਹੈਗੀ ਆ ਉਹ ਇੱਕ ਐਪ ਹੈ ਜਿਹਦੇ ਵਿੱਚ ਆਪਾਂ ਮਤਲਬ ਕੋਈ ਬਿੱਲ ਭਰਦੇ ਆ, ਕੋਈ ਮੰਨ ਲਓ ਆਪਾਂ ਇੱਕ ਅਕਾਊਂਟ ਓਪਨ ਕਰ ਸਕਦੇ ਆ, ਵਾਲਟ ਦੇ ਵਿੱਚ ਪੈਸੇ ਰੱਖ ਸਕਦੇ ਆ। ਤਾਂ ਪੇਟੀਐਮ ਇੱਕ ਤਰ੍ਹਾਂ ਦਾ ਕੀ ਹੈ, ਮਨੀ ਟ੍ਰਾਂਸਫਰ ਕਰਨ ਵਾਸਤੇ ਇੱਕ ਐਪ ਹੈ। ਤਾਂ ਫੇਸਬੁੱਕ, ਇੰਸਟਾਗ੍ਰਾਮ, ਟਵਿੱਟਰ, ਵਟਸਐਪ, YouTube, ਇਹ ਸਾਰੇ ਤੁਹਾਡੇ ਕੀ ਨੇ, ਸੋਸ਼ਲ ਮੀਡੀਆ ਪਲੇਟਫਾਰਮ ਨੇ। ਓਕੇ ਹੈ ਜੀ। ਅੱਗੇ ਚੱਲਦੇ ਹਾਂ, ਅੱਗੇ ਆ ਗਿਆ ਜੀ, ਕਹਿੰਦਾ ਇੱਕ ਟਰਮ ਯੂਜ਼ ਹੁੰਦੀ ਹੈ HTTP। ਇਹ ਹੁਣ HTTP ਹੈ ਕੀ ਹੈ ਰਾਜੇ, ਇਹ ਹੁੰਦਾ ਜੀ ਪ੍ਰੋਟੋਕਾਲ, ਠੀਕ ਹੈ ਜੀ। ਪ੍ਰੋਟੋਕਾਲ ਕੀ ਹੁੰਦਾ, ਹੁਣ ਆਪਾਂ ਕਹਿੰਦੇ ਆ ਵੀ ਉਹ ਫਲਾਨਾ ਪ੍ਰੋਟੋਕਾਲ ਫੋਲੋ ਕਰਨਾ ਪਊਗਾ। ਪ੍ਰੋਟੋਕਾਲ ਦਾ ਮਤਲਬ ਵੀ ਕੀ ਹੁੰਦਾ, ਰੂਲ ਐਂਡ ਰੈਗੂਲੇਸ਼ਨ ਕਹਿ ਸਕਦੇ ਆ। ਹੁਣ ਦੇਖੋ ਕੰਪਿਊਟਰ ਨੇ ਡਾਟਾ, ਮੰਨ ਲਓ ਇੱਕ ਨੈਟਵਰਕ ਦੇ ਵਿੱਚ ਕਿੰਨੇ ਸਾਰੇ ਕੰਪਿਊਟਰ ਹੈ। ਹੁਣ ਕਿਹਨੂੰ ਪਤਾ ਲੱਗੂਗਾ ਵੀ ਕਿਹੜੇ ਕੰਪਿਊਟਰ ਨੇ ਡਾਟਾ ਸੈਂਡ ਕਰਨਾ, ਕਿਹਨੇ ਰਿਸੀਵ ਕਰਨਾ। ਹਰ ਇੱਕ ਕੰਪਿਊਟਰ ਕੀ ਕਰੂਗਾ, ਵੱਖਰਾ ਪ੍ਰੋਟੋਕਾਲ ਕੀ ਕਰੂਗਾ, ਫੋਲੋ ਕਰੂਗਾ। ਤੇ ਸਭ ਤੋਂ ਬੇਸਿਕ ਪ੍ਰੋਟੋਕਾਲ ਕਿਹੜਾ ਹੁੰਦਾ, HTTP ਹੁੰਦਾ। ਤੇ ਤੁਸੀਂ ਇਹਦੀ ਫੁੱਲ ਫਾਰਮ ਦੱਸਣੀ ਹੈ। ਤੁਸੀਂ ਕੋਈ ਵੀ ਅਗਰ ਵੈਬਸਾਈਟ ਵੀ ਖੋਲਦੇ ਆ ਨਾ, ਤੁਸੀਂ ਨਹੀਂ ਵੀ ਲਾਉਂਦੇ ਤਾਂ ਆਟੋਮੈਟਿਕਲੀ ਉਹਦੇ ਅੱਗੇ ਲੱਗਿਆ ਆ ਜਾਂਦਾ HTTP, ਇਸ ਤਰ੍ਹਾਂ ਕਰਕੇ www.google.com। ਤੇ HTTP ਦਾ ਮਤਲਬ ਕੀ ਹੈ ਜੀ, ਹਾਈਪਰ ਟੈਕਸਟ ਟ੍ਰਾਂਸਫਰ ਪ੍ਰੋਟੋਕਾਲ। ਜਿੰਨਾ ਵੀ ਆਪਾਂ ਚੀਜ਼ ਕੋਈ ਲਿਖਦੇ ਆ, ਟਾਈਪ ਕਰਦੇ ਆ, ਉਹ ਟ੍ਰਾਂਸਫਰ ਹੁੰਦੀ ਹੈ ਸਰਵਰ ਤੋਂ ਕਲਾਇੰਟ, HTTP ਦੇ ਥਰੂ ਹੀ ਹੁੰਦੀ ਹੈ। ਪਰ ਹੁਣ ਇੱਕ ਇੱਥੇ ਪ੍ਰਸ਼ਨ ਹੋਰ ਪੁੱਛ ਲੈਂਦੇ ਹੁੰਦੇ ਆ ਕਈ ਵਾਰੀ ਵੀ HTTP, ਇੱਕ ਤਾਂ ਇਹ ਹੋ ਗਿਆ, ਇੱਕ ਕਈ ਵਾਰੀ ਇਹ ਕੁਐਸਚਨ ਇਸ ਤਰ੍ਹਾਂ ਪੁੱਛ ਲੈਂਦੇ ਹੁੰਦੇ ਆ, ਇੱਕ ਮਿੰਟ, ਇਸ ਤਰ੍ਹਾਂ ਪੁੱਛ ਲੈਂਦੇ ਹੁੰਦੇ ਆ ਵੀ HTTP ਦੇ ਵਿੱਚ P ਦਾ ਮਤਲਬ ਕੀ ਹੈ, ਤੇ ਬੱਚੇ ਕਨਫਿਊਜ਼ ਹੋ ਜਾਂਦੇ ਆ। HTTP ਆਪਾਂ ਪੜਿਆ H ਫॉर ਹਾਈਪਰ ਟੈਕਸਟ, ਠੀਕ ਹੈ, H ਫॉर ਹਾਈਪਰ ਟੈਕਸਟ, T ਫॉर ਟ੍ਰਾਂਸਫਰ, ਠੀਕ ਹੈ ਜੀ, ਪ੍ਰੋਟੋਕਾਲ। ਹਾਈਪਰ ਟੈਕਸਟ, ਠੀਕ ਹੈ ਜੀ, H ਹੋ ਗਿਆ ਹਾਈਪਰ, ਠੀਕ ਹੈ ਜੀ, T ਫॉर ਟੈਕਸਟ, T ਫॉर ਟ੍ਰਾਂਸਫਰ, P ਫॉर ਕੀ ਹੋ ਗਿਆ ਫਿਰ ਤੁਹਾਡਾ ਇੱਥੇ
प्रोटोकॉल हो गया। पर हुण सब तो महत्वपूर्ण चीज़ ये हुंदी है, तुसीं नोट पता नहीं कीता या नहीं कीता, तुसीं गूगल पे करदे आ, पेटीएम करदे आ, इस तो इलावा कोई वैबसाइट बैंक की कोई वैबसाइट खोलते हैं तो ਤੁਹਾਡਾ ਜਿਹੜਾ ਉੱਥੇ HTTP ਹੁੰਦਾ ਹੈ ਉਹਦੀ ਥਾਂ ਤੇ HTTP ਦੀ ਜਗ੍ਹਾ ਤੇ ਕੀ ਆ ਜਾਂਦਾ ਹੈ HTTPS ਆ ਜਾਂਦਾ ਹੈ। ਕਿਉਂ? ਕਿਉਂਕਿ ਉੱਥੇ ਇੱਕ ਆਪਣੀ ਸੈਂਸਿਟਿਵ ਇਨਫੋਰਮੇਸ਼ਨ ਹੁੰਦੀ ਹੈ ਕਸਟਮਰ ਦੀ, ਆਪਣਾ ਹੋ ਸਕਦਾ ਵੀ ਆਪਣਾ ਉੱਥੇ ਜਿਹੜਾ ਡੈਬਿਟ ਕਾਰਡ ਕ੍ਰੈਡਿਟ ਕਾਰਡ ਦੀ ਇਨਫੋਰਮੇਸ਼ਨ ਹੋਵੇ ਤਾਂ ਉੱਥੇ ਇੱਕ ਸਿਕਿਉਰ ਸੌਕਟ ਲੇਅਰ ਲੱਗੀ ਹੁੰਦੀ ਹੈ। ਪੇਪਰ 'ਚ ਪ੍ਰਸ਼ਨ ਇਹ ਪੁੱਛ ਲੈਂਦੇ ਹੁੰਦੇ ਆ ਵੀ ਜਿਹੜਾ HTTP ਹੈਗਾ ਉਹਦੇ ਨਾਲ ਜਿਹੜਾ S ਲੱਗਾ S ਦਾ ਮਤਲਬ ਕੀ ਹੈ, ਤਾਂ ਇਸ ਦਾ ਮਤਲਬ ਹੈਗਾ ਰਾਜੇ ਸਿਕਿਉਰ। ਬਸ ਇਹ ਯਾਦ ਰੱਖਣਾ, ਬਹੁਤ ਵਾਰੀ ਪ੍ਰਸ਼ਨ ਆਇਆ ਹੋਇਆ ਹੈ। ਠੀਕ ਹੈ ਜੀ, HTTPS ਦੇ ਵਿੱਚ ਇਸ ਦਾ ਮਤਲਬ ਕੀ ਹੈ ਜੀ, ਸਿਕਿਉਰ ਹੈ। ਉੱਥੇ ਸਿਕਿਉਰਿਟੀ ਲੱਗਿਆ ਹੁੰਦਾ, ਬੱਚੇ ਸਿਕਿਉਰਿਟੀ ਲਾ ਕੇ ਆ ਜਾਂਦੇ ਆ ਤੇ ਫਿਰ ਤੁਹਾਡੀ ਵੀ ਸਿਕਿਉਰਿਟੀ ਲੱਗ ਜਾਣੀ ਹੈ ਭਾਈ ਉੱਥੇ। ਠੀਕ ਹੈ, ਕਿਉਂਕਿ ਤੁਹਾਡਾ ਆਨਸਰ ਗਲਤ ਹੋ ਜਾਣਾ ਹੈ, ਸਿਕਿਉਰ। ਠੀਕ ਹੈ ਜੀ, ਚਲੋ ਅੱਗੇ ਚੱਲਦੇ ਆ ਜੀ। ਅਗਲਾ ਪ੍ਰਸ਼ਨ ਹੈਗਾ ਵਿਚ ਆਫ ਥੀਸ ਕੀ ਇਜ਼ ਨਾਟ ਔਨ ਦਾ ਨੰਬਰ ਕੀਪੈਡ। ਨੰਬਰ ਕੀਪੈਡ ਤੁਹਾਨੂੰ ਸਾਰਿਆਂ ਨੂੰ ਪਤਾ ਨਾ ਵੀ ਜਿਹੜਾ ਤੁਹਾਡਾ ਕੀਬੋਰਡ ਹੁੰਦਾ ਹੈ ਉਹਦੇ ਇੱਕ ਸਾਈਡ ਤੇ ਨੰਬਰ ਕੀਪੈਡ ਹੁੰਦਾ ਆਹ ਵਾਲਾ। ਠੀਕ ਹੈ ਜੀ, ਹੁਣ ਕਿਹੜੀ ਕੀ ਹੈ ਜਿਹੜੀ ਇਹਨਾਂ ਵਿੱਚੋਂ ਪ੍ਰੈਜ਼ੈਂਟ ਨਹੀਂ ਹੁੰਦੀਗੀ, ਤਾਂ ਧਿਆਨ ਨਾਲ ਅਗਰ ਤੁਸੀਂ ਦੇਖੋਗੇ ਰਾਜੇ ਡਿਲੀਟ ਕੀ ਵੀ ਹੁੰਦੀ ਹੈ, ਐਂਟਰ ਵੀ ਹੁੰਦੀ ਹੈ, ਨੰਬਰ ਵੀ ਹੁੰਦੀ ਹੈ, ਪਰ ਕੰਟਰੋਲ ਕੀ ਨਹੀਂ ਹੁੰਦੀ। ਧਿਆਨ ਨਾਲ ਦੇਖ ਲਿਓ, ਦੇਖ ਕੇ ਚੈੱਕ ਕਰ ਲਓ, ਚਾਹੇ ਤੁਸੀਂ ਆਪਣਾ ਕੀਬੋਰਡ ਵੀ ਚੈੱਕ ਕਰ ਸਕਦੇ ਆ। ਤਾਂ ਜਿਹੜੀ ਆਪਣੀ ਕੰਟਰੋਲ ਕੀ ਹੁੰਦੀ ਹੈ ਉਹ ਨਹੀਂ ਹੁੰਦੀਗੀ। ਠੀਕ ਹੈ ਜੀ, ਕੰਟਰੋਲ ਕੀ ਹੋਊਗੀ ਆਪਣੀ, ਨਹੀਂ ਹੋਊਗੀ। ਇੱਕ ਮਿੰਟ ਜੀ, ਹਾਂਜੀ ਆਈ ਹੋਪ ਤੁਹਾਨੂੰ ਸਮਝ ਆ ਰਿਹਾ ਹੋਊਗਾ ਬੇਟਾ ਵੀ ਕੰਟਰੋਲ ਕੀ ਜਿਹੜੀ ਹੁੰਦੀ ਆ ਉਹ ਨੰਬਰ ਕੀਪੈਡ ਦੇ ਉੱਪਰ ਨਹੀਂ ਹੁੰਦੀ। ਤੁਸੀਂ ਚੈੱਕ ਕਰ ਸਕਦੇ ਹੋ, ਇਹ ਕੁਐਸਚਨ ਵੀ ਬਹੁਤ ਵਾਰੀ ਆਇਆ ਹੋਇਆ। ਅੱਗੇ ਚੱਲਦੇ ਹਾਂ ਜੀ। ਕਹਿੰਦਾ ਪ੍ਰਿੰਟਰ ਰੈਜ਼ੋਲੂਸ਼ਨ ਇਜ਼ ਯੂਜ਼ਲੀ ਮੈਜ਼ਰਡ ਇਨ। ਪਹਿਲਾਂ ਤਾਂ ਆਪਾਂ ਇਹ ਚੀਜ਼ ਸਮਝਣੀ ਆ ਵੀ ਰੈਜ਼ੋਲੂਸ਼ਨ ਦਾ ਮਤਲਬ ਕੀ ਹੁੰਦਾ ਹੈ। ਹੁਣ ਜਿਹੜੀ ਰੈਜ਼ੋਲੂਸ਼ਨ ਹੁੰਦੀ ਆ ਪ੍ਰਿੰਟਰ ਦੀ ਵੀ ਮੈਜ਼ਰ ਕਰ ਸਕਦੇ ਆ ਆਪਾਂ, ਮੋਨੀਟਰ ਦੀ ਵੀ ਕਰ ਸਕਦੇ ਆ। ਤੁਹਾਨੂੰ ਪਤਾ ਹੋਊਗਾ ਵੀ ਆਊਟਪੁੱਟ ਜਿਹੜੀ ਹੁੰਦੀ ਆ ਦੋ ਤਰ੍ਹਾਂ ਦੀ ਹੁੰਦੀ ਹੈ। ਇੱਕ ਤਾਂ ਹੁੰਦੀ ਹੈ ਜੀ ਸੌਫਟ ਕਾਪੀ ਆਊਟਪੁੱਟ। ਸੌਫਟ ਕਾਪੀ ਆਊਟਪੁੱਟ ਦਾ ਮਤਲਬ ਹੁੰਦਾ ਜਿਹੜੀ ਚੀਜ਼ ਆਪਾਂ ਸਕਰੀਨ ਤੇ ਦੇਖਦੇ ਹਾਂ, ਯਾਨੀ ਕਿ ਮੋਨੀਟਰ ਤੇ ਦੇਖਦੇ ਹਾਂ। ਇੱਕ ਹੁੰਦੀ ਆ ਹਾਰਡ ਕਾਪੀ। ਹਾਰਡ ਕਾਪੀ ਜਿਵੇਂ ਆਪਾਂ ਪ੍ਰਿੰਟ ਕਢਵਾਉਣੇ ਆ, ਇਹ ਆਪਾਂ ਕਿੱਥੇ ਦੇਖਦੇ ਹਾਂ, ਪ੍ਰਿੰਟਰ ਤੇ ਦੇਖਦੇ ਹਾਂ। ਤੇ ਰੈਜ਼ੋਲੂਸ਼ਨ ਦਾ ਮਤਲਬ ਕੀ ਹੋਊਗਾ, ਹੁਣ ਜਿਹੜੀ ਆਨਲਾਈਨ ਆਪਾਂ ਕੋਈ ਚੀਜ਼ ਦੇਖਦੇ ਆ ਉਹ ਸਾਰੀ ਮੈਜ਼ਰ ਕਰਦੀ ਆ ਇੱਕ ਡਾਟ ਦੇ ਉੱਪਰ। ਉਸ ਡਾਟ ਨੂੰ ਕੀ ਕਹਿ ਦਿੰਦੇ ਆ ਰਾਜੇ, ਪਿਕਸਲ ਕਹਿ ਦਿੰਦੇ ਆ। ਕੀ ਕਹਿ ਦਿੰਦੇ ਆ, ਪਿਕਸਲ। ਹੁਣ ਜਿੰਨੇ ਪਿਕਸਲ ਵੱਧ ਹੋਣਗੇ ਉਨੀ ਕਲੈਰਿਟੀ ਵੱਧ ਹੋਊਗੀ, ਚਾਹੇ ਉਹ ਮੋਨੀਟਰ ਹੈ ਚਾਹੇ ਉਹ ਪ੍ਰਿੰਟਰ ਹੈ। ਪ੍ਰਿੰਟਰ ਦੀ ਕੁਆਲਿਟੀ ਵੀ ਦੇਖੋ, ਹੁਣ ਮੈਂ ਮੰਨ ਲਓ ਇੱਕ A ਲਿਖਦਾ ਹੈ ਪ੍ਰਿੰਟਰ ਦੇ ਵਿੱਚ, ਆ ਦੇਖੋ A ਨਾ ਕਲੀਅਰ ਨਹੀਂ ਲਿਖਿਆ ਮੈਂ, ਤੇ ਜੇ ਮੈਂ ਜਿਹੜੇ ਪਿਕਸਲ ਹੈਗੇ ਬਿਲਕੁਲ ਨੇੜੇ ਨੇੜੇ ਕਰਕੇ ਪਾਉਂਗਾ ਤੇ ਤੁਹਾਡਾ A ਉਨਾ ਹੀ ਕਲੀਅਰ ਹੋ ਜਾਊਗਾ। ਮੰਨ ਲਓ ਮੈਂ ਹੋਰ ਨੇੜੇ ਪਾਤੇ ਤਾਂ ਦੇਖੋ A ਕਿੰਨਾ ਕਲੀਅਰ ਹੋ ਗਿਆ। ਗੱਲ ਸਮਝ ਆ ਗਈ, ਜਿੰਨੇ ਪਿਕਸਲ ਨੇੜੇ ਹੋਣਗੇ ਉਨੀ ਕਲੈਰਿਟੀ ਵੱਧ ਹੋਊਗੀ। ਹੁਣ ਜੇ ਤਾਂ ਮੈਂ ਗੱਲ ਕਰਾਂ ਮੋਨੀਟਰ ਦੀ ਗੱਲ ਕਰਾਂ ਤਾਂ ਮੋਨੀਟਰ ਦੀ ਜਿਹੜੀ ਰੈਜ਼ੋਲੂਸ਼ਨ ਮੈਜ਼ਰ ਕਰਦੇ ਹੋ ਆਪਾਂ ਕਰਦੇ ਆ ਪਿਕਸਲਸ ਪਰ ਇੰਚ, PPI ਦੇ ਵਿੱਚ ਕਰਦੇ ਆ। ਪਰ ਜਿਹੜੀ ਪ੍ਰਿੰਟਰ ਦੀ ਕਰਦੇ ਹੋ ਆਪਾਂ ਕਰਦੇ ਆ DPI, ਜਿਹਨੂੰ ਕਹਿ ਦਿੰਦੇ ਆ ਡਾਟਸ ਪਰ ਇੰਚ, ਵੀ 1 ਇੰਚ ਦੇ ਵਿੱਚ ਕਿੰਨੇ ਡਾਟ ਹੋਣਗੇ। ਠੀਕ ਹੈ ਜੀ, ਯਾਦ ਰੱਖਣਾ ਪਿਕਸਲ ਮੋਨੀਟਰ ਦੇ ਹੁੰਦੇ ਆ, ਡਾਟ ਕੀ ਹੁੰਦੇ ਆ, ਪ੍ਰਿੰਟਰ ਦੇ ਹੁੰਦੇ ਆ। ਕਈ ਵਾਰੀ ਕੁਐਸਚਨ ਆਇਆ ਇਹ। ਠੀਕ ਹੈ, ਤਾਂ DPI ਦੀ ਫੁੱਲ ਫਾਰਮ ਵੀ ਪੁੱਛ ਲੈਂਦੇ ਹੁੰਦੇ ਆ, ਡਾਟਸ ਪਰ ਇੰਚ। ਤੁਹਾਨੂੰ ਮੈਂ ਚਲੋ ਦਿਖਾ ਵੀ ਦਿੰਦਾ, ਆ ਦੇਖੋ ਧਿਆਨ ਦੇ ਨਾਲ ਅਗਰ ਤੁਸੀਂ ਚੈੱਕ ਕਰੋਗੇ ਤੁਹਾਨੂੰ ਸਾਰੀ ਚੀਜ਼ ਕਲੀਅਰ ਹੋ ਜੂਗੀ। 1 ਮਿੰਟ ਦੇਖੋ, ਇਹਦਾ ਆਨਸਰ D ਹੈ। ਆ ਹੈਗਾ ਜੀ ਤੁਹਾਡਾ ਮੋਨੀਟਰ ਤੇ ਆ ਹੈਗਾ ਪ੍ਰਿੰਟਰ। ਜਿੰਨਾ ਦੇਖੋ ਪਿਕਸਲ ਜਿਹੜਾ ਹੁੰਦਾ ਇਸ ਤਰ੍ਹਾਂ ਹੁੰਦਾ ਤੇ ਡਾਟ ਜਿਹੜੇ ਆ ਡਾਟ ਹੈਗੇ ਆ ਇਹ ਕੀ ਹੁੰਦੇ ਆ ਜੀ, ਆਪਣੇ ਪ੍ਰਿੰਟਰ ਦੀ ਕੁਆਲਿਟੀ ਮੈਜ਼ਰ ਕਰਦੇ ਆ। ਅੱਛਾ, ਹੁਣ ਕਈ ਵਾਰੀ ਬੱਚਿਆਂ ਦੇ ਦਿਮਾਗ 'ਚ ਇਹ ਵੀ ਹੋਊਗਾ ਪ੍ਰਿੰਟਰ ਦੀ ਜਿਹੜੀ ਸਪੀਡ ਹੁੰਦੀ ਹੈ ਰਾਜੇ ਉਹ ਮੈਜ਼ਰ ਹੁੰਦੀ ਹੈ PPM ਦੇ ਵਿੱਚ, ਪੇਜਿਸ ਪਰ ਮਿੰਟ। ਅੱਜ ਕੱਲ PPM 'ਚ ਚੱਲਦੀ ਹੈ, ਪਹਿਲਾਂ CPI 'ਚ ਚੱਲਦੀ ਸੀ, ਕਰੈਕਟਰ ਪਰ ਮਿੰਟ ਦੇ ਵਿੱਚ ਜਾਂ ਕਰੈਕਟਰ ਪਰ ਸੈਕਿੰਡ ਦੇ ਵਿੱਚ, ਫਿਰ ਲਾਈਨ ਪਰ ਮਿੰਟ ਦੇ ਵਿੱਚ, ਸੈਕਿੰਡ ਦੇ ਵਿੱਚ ਚੱਲਦੀ ਸੀ, ਪਰ ਅੱਜ ਕੱਲ ਚੱਲਦੀ ਹੈ PPM, ਪੇਜਿਸ ਪਰ ਮਿੰਟ। ਠੀਕ ਹੈ ਜੀ, ਉਹ ਸਪੀਡ ਦੀ ਗੱਲ ਹੈ ਵੀ ਕਿੰਨੇ ਪੇਜ ਕੱਢਦਾ 1 ਮਿੰਟ ਦੇ ਵਿੱਚ, ਇਹ ਕੁਆਲਿਟੀ ਦੀ ਗੱਲ ਹੈ। ਠੀਕ ਹੈ ਜੀ, ਹੁਣ ਅਗਲਾ ਪ੍ਰਸ਼ਨ ਦਾ ਉੱਤਰ ਤੁਸੀਂ ਆਪਣੇ ਆਪ ਦੇਣਾ ਹੈ। ਠੀਕ ਹੈ ਜੀ, ਇਸ ਤੋਂ ਅੱਗੇ ਇੱਕ ਪ੍ਰਸ਼ਨ ਆਊਗਾ ਉਹਦਾ ਉੱਤਰ ਤੁਸੀਂ ਆਪਣੇ ਆਪ ਦੇਣਾ, ਉਹ ਪਿਕਸਲ ਦੇ ਉੱਪਰ ਆਧਾਰਿਤ ਹੈ। ਅੱਗੇ ਕਹਿੰਦਾ ਦਾ ਡਿਸਪਲੇ ਸਾਈਜ਼ ਆਫ ਅ ਮੋਨੀਟਰ ਇਜ਼ ਮੈਜ਼ਰਡ। ਆਪਾਂ ਕੋਈ ਸਕਰੀਨ ਘਰੇ ਲੈ ਕੇ ਆਉਣੇ ਆ, ਮੋਨੀਟਰ ਲੈ ਕੇ ਆਉਣੇ, LCD ਲੈ ਕੇ ਆਉਣੇ, ਆਪਾਂ ਕਹਿੰਦੇ ਯਾਰ 32 ਇੰਚੀ ਲੈਣੀ ਆ, 45 ਇੰਚੀ ਲੈਣੀ ਆ, ਤਾਂ ਸਕਰੀਨ ਕਿਵੇਂ ਮੈਜ਼ਰ ਕਰੋਗੇ। ਸਕਰੀਨ ਨੂੰ ਮੈਜ਼ਰ ਕਰਨ ਵਾਸਤੇ ਆਪਾਂ ਰਾਜੇ ਡਾਇਗਨਲੀ ਮੈਜ਼ਰ ਕਰਦੇ ਆ ਵੀ ਆ 19.5 ਇੰਚੀ ਹੈ, 32 ਇੰਚੀ ਆ, ਡਾਇਗਨਲੀ ਮੈਜ਼ਰ ਕਰਾਂਗੇ ਤਾਂ ਇਹਦਾ ਆਨਸਰ ਕੀ ਆ ਜਾਊਗਾ ਰਾਜੇ, ਡਾਇਗਨਲੀ ਆ ਜਾਊਗਾ। ਅੱਗੇ ਚੱਲਦੇ ਆ ਜੀ ਆਪਾਂ, ਆਦਾ ਪ੍ਰਸ਼ਨ ਦਾ ਉੱਤਰ ਹੁਣ ਤੁਸੀਂ ਆਪ ਕਰਨਾ। ਕਹਿੰਦਾ ਦਾ ਹਾਇਰ ਦਾ ਰੈਜ਼ੋਲੂਸ਼ਨ ਆਫ ਅ ਮੋਨੀਟਰ ਦਾ, ਕਹਿੰਦਾ ਮੋਨੀਟਰ ਦੀ ਰੈਜ਼ੋਲੂਸ਼ਨ ਜ਼ਿਆਦਾ ਹੈ, ਉਹਦਾ ਕਾਰਨ ਕੀ ਹੈ। ਕਹਿੰਦਾ ਲਾਰਜ ਦਾ ਪਿਕਸਲ ਵੱਡੇ ਨੇ, ਨਹੀਂ। ਕਹਿੰਦਾ ਲੈਸ ਕਲੀਅਰ ਦੀ ਸਕਰੀਨ, ਇਹ ਵੀ ਗਲਤ ਹੈ। ਕਹਿੰਦਾ ਫਰਦਰ ਅਪਾਰਟ ਦਾ ਪਿਕਸਲ ਦੂਰ ਨੇ, ਇਹ ਵੀ ਗਲਤ ਹੈ।
ਕਲੋਜ਼ਰ ਟੂਗੈਦਰ ਦਾ ਪਿਕਸਲ, ਜਿੰਨੇ ਪਿਕਸਲ ਨੇੜੇ ਹੋਣਗੇ ਰਾਜੇ, ਤੁਹਾਨੂੰ ਦੱਸਿਆ ਨਾ ਮੈਂ ਹੁਣੇ ਕਿ ਪੀਪੀਐਮ ਪਿਕਸਲ ਪਰ ਮਿੰਟ, ਪੀਪੀਆਈ ਸੌਰੀ ਪਿਕਸਲ ਪਰ ਇੰਚ, ਵੀ 1 ਇੰਚ ਦੇ ਵਿੱਚ ਜਿੰਨੇ ਪਿਕਸਲ ਵੱਧ ਹੋਣਗੇ ਜਾਂ ਜਿੰਨੇ ਡਾਟ ਵੱਧ ਹੋਣਗੇ, ਇੱਥੇ ਮੀਟਰ ਦੀ ਗੱਲ ਹੋ ਰਹੀ ਹੈ, ਮੈਂ ਵੈਸੇ ਨਾਲ ਪ੍ਰਿੰਟਰ ਦੀ ਗੱਲ ਵੀ ਦੱਸ ਰਿਹਾ, ਤੇ ਜਿੰਨੇ ਪਿਕਸਲ ਨੇੜੇ ਹੋਣਗੇ ਰਾਜੇ ਉਨੀ ਕਲੈਰਿਟੀ ਕੀ ਹੋਊਗੀ, ਵੱਧ ਹੋਊਗੀ। ਹੁਣ ਤੁਸੀਂ ਅੱਜ ਕੱਲ ਦੇਖਦੇ ਹੀ ਹੋਵੋਗੇ, ਜੇ ਤੁਸੀਂ ਜਾਣਦੇ ਹੋ ਅੱਜ ਕੱਲ ਲੈਣ, ਤੁਸੀਂ ਕਹਿ ਦਿੰਦੇ ਆ ਵੀ ਮੈਂ ਤਾਂ ਫੁੱਲੀ HD ਲੈਣੀ ਆ, ਜਿਵੇਂ ਅੱਜ ਕੱਲ ਚੱਲਦਾ ਨਾ ਵੀ HD, ਜਿਹਨੂੰ ਆਪਾਂ ਕਹਿੰਦੇ ਨੇ ਹਾਈ ਡੈਫੀਨੇਸ਼ਨ, ਇੱਕ ਚੱਲਦਾ FHD ਫੁੱਲੀ HD, ਇੱਕ ਚੱਲਦਾ ਜੀ QHD, ਇੱਕ ਚੱਲਦਾ 4K। ਹੁਣ 4K ਦਾ ਮਤਲਬ ਕੀ, ਇੱਥੇ ਕਿਲੋ, ਯਾਨੀ ਕਿ 4000 ਕੀ ਆ ਪਿਕਸਲ ਇਕੱਠੇ ਹੋਣਗੇ, 8K ਦਾ ਮਤਲਬ 8000 ਪਿਕਸਲ, ਤਾਂ ਉਹਦਾ ਮਤਲਬ ਕੀ ਹੁੰਦਾ ਵੀ ਜਿੰਨੇ ਪਿਕਸਲ ਨੇੜੇ ਹੋਣਗੇ ਉਨੀ ਕਲੈਰਿਟੀ ਵੱਧ ਹੋਊਗੀ। ਅੱਜ ਕੱਲ 4K 8K ਵਗੈਰਾ ਸਭ ਤੋਂ ਜ਼ਿਆਦਾ ਬੈਸਟ ਚੱਲ ਰਹੇ ਆ, ਠੀਕ ਹੈ ਜੀ। ਚਲੋ ਅੱਗੇ ਚੱਲਦੇ ਹਾਂ ਜੀ ਆਪਾਂ। ਆ ਦੇਖੋ ਕੱਲਾ HD ਦੇ ਵਿੱਚ ਪਿਕਸਲ ਕਿੰਨੇ ਨੇ, 1220 ਹੋਰੀਜੈਂਟਲ ਤੇ ਵਰਟੀਕਲ, ਫਿਰ ਫੁੱਲੀ HD ਦੇ ਵਿੱਚ 1920 ਹੋ ਗਏ, ਵਧੀ ਜਾਂਦੇ ਨਾ ਪਿਕਸਲ। QHD ਦੇ ਵਿੱਚ 2560 ਹੋ ਗਏ, 4K ਦੇ ਵਿੱਚ 3840 ਹੋ ਗਏ, ਠੀਕ ਹੈ, ਲਗਭਗ 4000 ਦੇ ਨੇੜੇ, ਤਾਂ ਇਹਦੇ ਵਿੱਚ 7680 ਹੋ ਗਏ, ਲਗਭਗ 8000 ਦੇ ਨੇੜੇ। ਤਾਂ ਕਹਿਣ ਦਾ ਮਤਲਬ ਜਿੰਨੇ ਪਿਕਸਲ ਵਧਾਈ ਜਾਵਾਂਗੇ ਉਨੀ ਕਲੈਰਿਟੀ ਵਧੀ ਜਾਊਗੀ, ਰੈਜ਼ੋਲੂਸ਼ਨ ਵਧੀ ਜਾਊਗੀ। ਅੱਗੇ ਆ ਗਿਆ ਜੀ, ਵਾਟ ਇਜ਼ ਦਾ ਫੁੱਲ ਫਾਰਮ ਆਫ ਚੈਟ GPT। ਚੈਟ GPT ਹੁੰਦਾ ਕੀ ਹੈ, ਮੈਂ ਕਰਵਾਇਆ ਹੋਇਆ, ਜੇ ਨਹੀਂ ਕੀਤਾ ਤਾਂ ਮੈਂ ਇੱਕ ਚੰਡੀਗੜ੍ਹ ਕਾਂਸਟੇਬਲ ਦਾ ਪੇਪਰ ਸੋਲਵ ਕਰਵਾਇਆ ਸੀ, ਦੇਖ ਲਿਓ, ਮੈਂ ਲਾਈਵ ਕਰਕੇ ਦੱਸਿਆ। ਚੈਟ GPT ਬਹੁਤ ਕੰਮ ਦੀ ਚੀਜ਼ ਹੈ, ਇਹਦੀਆਂ ਲਿਮਿਟੇਸ਼ਨ ਵੀ ਹੈਗੀਆਂ ਨੇ ਲੇਕਿਨ ਕੰਮ ਦੀ ਚੀਜ਼ ਵੀ ਹੈਗੀ ਹੈ। ਤੇ ਇਹਦੀ ਫੁੱਲ ਫਾਰਮ ਦੱਸਣੀ ਹੈ ਤੁਸੀਂ, ਚੈਟ GPT ਹੈ ਕੀ ਹੈ। ਚੈਟ GPT ਦੀ ਫੁੱਲ ਫਾਰਮ ਹੈਗੀ ਰਾਜੇ, ਚੈਟ ਜਨਰੇਟਿਵ ਪ੍ਰੀ ਟ੍ਰੇਨਡ ਟਰਾਂਸਫਾਰਮਰ। ਕਹਿਣ ਦਾ ਮਤਲਬ ਆਪਾਂ ਇਹਨੂੰ ਕੋਈ ਵੀ ਕੰਮ ਦਵਾਂਗੇ ਇਹ ਆਪਾਂ ਨੂੰ ਕਰਕੇ ਦਊਗਾ, ਠੀਕ ਹੈ। ਹੁਣ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਇਹਨੂੰ ਕਹਿ ਦੋ ਰੋਟੀ ਪਕਾ ਦੇ, ਰੋਟੀਆਂ ਪਕਾ ਦੂਗਾ ਨਹੀਂ ਨਹੀਂ, ਰੋਟੀਆਂ ਨਹੀਂ ਪਕਾਊਗਾ। ਕਿਤੇ ਕੱਲ ਨੂੰ ਕਹਿੰਦੇ ਪੇਪਰ ਕਲੀਅਰ ਕਰ ਦੇ, ਪੇਪਰ ਕਲੀਅਰ ਨਹੀਂ ਕਰ ਸਕਦਾ ਲੇਕਿਨ ਉੱਥੇ ਜਾ ਕੇ ਨਹੀਂ ਕਰ ਸਕਦਾ। ਤੁਸੀਂ ਇਹਨੂੰ ਐ ਪੁੱਛੋਗੇ ਵੀ ਪੰਜਾਬ ਦੇ ਬਾਰੇ ਮੈਨੂੰ 2-4 ਗੱਲਾਂ ਦੱਸ, ਤੇ ਤੁਹਾਨੂੰ ਪੰਜਾਬ ਦੇ ਬਾਰੇ 100 ਚੀਜ਼ਾਂ ਦੱਸ ਦੂਗਾ, ਉਹ ਵੀ ਬਿਲਕੁਲ ਅਥੈਂਟਿਕੇਟ। ਤੁਸੀਂ ਇਹਨੂੰ ਕਹਿ ਦੋਗੇ ਵੀ ਹਾਊ ਟੂ ਰਾਈਟ ਏ ਲੈਟਰ, ਲੈਟਰ ਕਿਵੇਂ ਟਾਈਪ ਕਰਨਾ, ਲੈਟਰ ਟਾਈਪ ਕਰਨਾ ਦੱਸ ਦੂਗਾ। ਤੁਸੀਂ ਜੋ ਮਰਜ਼ੀ ਪੁੱਛ ਲਿਓ ਤੁਹਾਨੂੰ ਦੱਸ ਦੂਗਾ। ਤਾਂ ਕਿਉਂਕਿ ਇਹ ਕੀ ਹੈ, ਇੱਕ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਉੱਪਰ ਬੇਸਡ ਹੈ। ਆਰਟੀਫਿਸ਼ੀਅਲ ਇੰਟੈਲੀਜੈਂਸ ਜਿਵੇਂ ਆਪਾਂ ਰੋਬੋਟਿਕ ਟੈਕਨੋਲੋਜੀ ਯੂਜ਼ ਕਰਦੇ ਆ, ਵੀਦਰ ਫੋਰਕਾਸਟਿੰਗ ਕਰਦੇ ਆ ਵੀ ਅੱਜ ਮੀਂਹ ਪਊਗਾ ਕਿ ਨਹੀਂ ਪਊਗਾ, ਉਹ ਵੀ ਕੀ ਇੱਕ ਤਰ੍ਹਾਂ ਦੀ AI ਹੈ। ਤਾਂ ਚੈਟ GPT ਦੀ ਫੁੱਲ ਫਾਰਮ ਯਾਦ ਰੱਖਣੀ ਹੈ, ਚੈਟ ਜਨਰੇਟਿਵ ਪ੍ਰੀ ਟ੍ਰੇਨਡ ਦਾ ਮਤਲਬ ਇਹਨੂੰ ਟ੍ਰੇਨਡ ਕੀਤਾ ਹੋਇਆ, ਜਿਨ੍ਹਾਂ ਨੇ ਇਹਨੂੰ ਡਿਵੈਲਪ ਕੀਤਾ ਉਹਨੇ ਟ੍ਰੇਨਡ ਕਰਤਾ ਵੀ ਆਪਾਂ ਜੋ ਚੀਜ਼ ਪੁੱਛਾਂਗੇ ਦੱਸੂਗਾ, ਠੀਕ ਹੈ ਜੀ। ਤਾਂ ਇਹ ਟਰਾਂਸਫਾਰਮਰ ਦੀ ਮਤਲਬ ਹੈਗਾ ਵੀ ਜੋ ਵੀ ਇਨਫੋਰਮੇਸ਼ਨ ਆਪਾਂ ਦੇਵਾਂਗੇ ਇਹ ਟ੍ਰਾਂਸਫਰ ਕਰਕੇ ਆਪਾਂ ਨੂੰ ਵਾਪਸ ਕਨਵਰਟ ਕਰਕੇ ਦਊਗਾ, ਠੀਕ ਹੈ ਜੀ। ਇਹਦੀ ਫੁੱਲ ਫਾਰਮ ਯਾਦ ਰੱਖ ਲਿਓ। ਅਗਲਾ ਪ੍ਰਸ਼ਨ ਹੈਗਾ ਬਹੁਤ ਮਹੱਤਵਪੂਰਨ, ਜਿਹੜਾ ਚੈਟ GPT ਹੈਗਾ ਇੱਕ ਤਰ੍ਹਾਂ ਦਾ ਆਰਟੀਫਿਸ਼ੀਅਲ ਇੰਟੈਲੀਜੈਂਸ ਹੈ, ਜਿਹਨੂੰ ਆਪਾਂ AI ਕਹਿ ਦਿੰਦੇ ਆ। ਤਾਂ ਇਹਨੂੰ ਡਿਵੈਲਪ ਕਿਹਨੇ ਕੀਤਾ, ਗੂਗਲ ਕੰਪਨੀ ਨੇ ਕੀਤਾ, ਓਪਨ AI ਨੇ ਕੀਤਾ, ਵਿਪਰੋ ਨੇ ਕੀਤਾ ਜਾਂ ਐਪਲ ਨੇ ਕੀਤਾ। ਤਾਂ ਇਹਨੂੰ ਡਿਵੈਲਪ ਕੀਤਾ ਜੀ ਓਪਨ AI ਨੇ। ਓਪਨ AI ਕੀ ਇੱਕ ਕੰਪਨੀ ਹੈ, ਜਿਵੇਂ ਗੂਗਲ ਹੈ, ਜਿਵੇਂ ਵਿਪਰੋ ਹੈ, ਇਹਦਾ ਲੋਗੋ ਵੀ ਆ ਹੈ, ਠੀਕ ਹੈ ਜੀ। ਤਾਂ ਯਾਦ ਰੱਖ ਲਿਓ। ਆਈ ਹੋਪ ਤੁਹਾਨੂੰ ਸਾਰਾ ਕੁਝ ਕਲੀਅਰ ਹੋ ਗਿਆ ਹੋਊਗਾ। ਕਲਾਸ ਵੀ ਬਹੁਤ ਵਧੀਆ ਲੱਗੀ ਹੋਊਗੀ, ਕਾਫੀ ਮਿਹਨਤ ਨਾਲ ਤਿਆਰ ਕੀਤੀ ਆਪਾਂ ਕਲਾਸ। ਤੇ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਰੂਰ ਪਾਰਟਿਸਿਪੇਟ ਕਰਿਆ ਕਰੋ। ਆ ਪ੍ਰਸ਼ਨ ਤੁਸੀਂ ਮੈਨੂੰ ਆਨਸਰ ਕਰਨਾ ਹੈ, 101% ਤੁਹਾਨੂੰ ਇਹ ਤੁਹਾਡੇ ਫਾਇਰਮੈਨ ਦੇ ਪੇਪਰ 'ਚ ਪੁੱਛਿਆ ਜਾਊਗਾ। ਨੋਟ ਕਰ ਲਿਓ, ਸਕਰੀਨਸ਼ਾਟ ਲੈ ਲਿਓ, ਮੇਰਾ ਵੀ ਨਾਲ ਲੈ ਲਿਓ ਵੀ ਸਰ ਐਂ ਕਹਿ ਰਹੇ ਸੀ ਵੀ 101% ਆਊਗਾ। ਕਹਿੰਦਾ ਫਾਰਮੂਲਾ ਇਨ ਐਕਸਲ ਸਟਾਰਟ ਵਿਦ, ਕੋਈ ਫਾਰਮੂਲਾ ਲਿਖਣਾ ਹੈ, ਕੋਈ ਫੰਕਸ਼ਨ ਲਿਖਣਾ ਹੈ। ਫਾਰਮੂਲੇ ਤੇ ਫੰਕਸ਼ਨ 'ਚ ਕੀ ਫਰਕ ਹੁੰਦਾ, ਜਿਵੇਂ ਆਪਾਂ ਲਿਖ ਦਈਏ A1 + A2, ਇਹ ਫਾਰਮੂਲਾ ਹੈ। ਫਾਰਮੂਲਾ ਆਪਾਂ ਖੁਦ ਬਣਾ ਸਕਦੇ ਹਾਂ। ਫੰਕਸ਼ਨ ਦਾ ਮਤਲਬ ਹੁੰਦਾ ਜਿਵੇਂ ਆਪਾਂ ਸਮ ਕਰਨਾ ਹੈ, ਐਵਰੇਜ ਕਰਨਾ ਹੈ, ਠੀਕ ਹੈ, ਮੈਕਸਿਮਮ ਕਰਨਾ ਹੈ, ਮਿਨੀਮਮ ਕਰਨਾ ਹੈ, ਇਹ ਬਣੇ ਬਣਾਏ ਮਿਲਦੇ ਆਪਾਂ ਨੂੰ ਐਕਸਲ ਦੇ ਵਿੱਚ। ਪਰ ਫਾਰਮੂਲਾ ਤੇ ਜਿਹੜੇ ਫੰਕਸ਼ਨ ਹੁੰਦੇ ਐਕਸਲ ਦੇ ਵਿੱਚ ਸਟਾਰਟ ਕਿਹਦੇ ਨਾਲ ਹੁੰਦੇ ਆ, ਠੀਕ ਹੈ ਜੀ, ਕਿਹੜੇ ਸਿੰਬਲ ਨਾਲ ਸਟਾਰਟ ਹੁੰਦੇ ਆ, ਤੁਸੀਂ ਮੈਨੂੰ ਕਮੈਂਟ ਬਾਕਸ 'ਚ ਕਰਨਾ। ਇਸ ਤੋਂ ਇਲਾਵਾ ਜੇ ਕਲਾਸ ਵਧੀਆ ਲੱਗੀ ਹੈ ਲਾਈਕ ਸ਼ੇਅਰ ਕਰ ਦਿਓ। ਤੇ ਜਿਨ੍ਹਾਂ ਨੂੰ ਨਹੀਂ ਪਤਾ, ਆਪਣੀ ਪੋਜ਼ਿਟਿਵ ਵਾਈਬ ਪੰਜਾਬ ਨਾਮ ਦੀ ਐਪ ਵੀ ਚੱਲਦੀ ਹੈ, ਤੁਸੀਂ ਐਂਡਰੋਇਡ ਯੂਜ਼ਰ ਹੋ ਤਾਂ ਪਲੇ ਸਟੋਰ ਤੇ ਜਾ ਕੇ ਡਾਊਨਲੋਡ ਕਰ ਲਿਓ, ਠੀਕ ਹੈ ਜੀ। ਜਿਹੜੇ ਐਪਲ ਯੂਜ਼ਰ ਨੇ ਉਹ ਕਲਾਸ ਪਲੱਸ ਨਾਂ ਦੀ ਐਪਲੀਕੇਸ਼ਨ ਡਾਊਨਲੋਡ ਕਰ ਸਕਦੇ ਆ ਤੇ ਆਹ ਕੋਡ ਭਰ ਸਕਦੇ ਆ QTPTE। ਇਸ ਤੋਂ ਇਲਾਵਾ ਲੈਪਟਾਪ ਤੇ ਵੀ ਚੱਲ ਜਾਂਦੀ, ਉਹਦਾ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਪਿਆ। ਜੇ ਵਧੀਆ ਲੱਗੀ ਆ ਕਲਾਸ ਲਾਈਕ ਸ਼ੇਅਰ ਕਰ ਦਿਓ। ਇਸ ਤੋਂ ਇਲਾਵਾ ਤੁਹਾਡੇ ਆਉਣ ਵਾਲੇ ਪੇਪਰਾਂ ਵਾਸਤੇ ਅਗਰ ਤੁਸੀਂ ਕੰਪਿਊਟਰ ਦੀ ਥਿਊਰੀ ਬਾਈਲੈਂਗੁਅਲ ਪਲੱਸ MCQ ਪਲੱਸ ਟੈਸਟ ਸੇਮ ਪੰਜਾਬੀ ਗ੍ਰਾਮਰ ਪੰਜਾਬ GK ਕੰਪਲੀਟ ਕਰਨਾ ਚਾਹੁੰਦੇ ਆ ਤਾਂ ਤੁਹਾਡੇ ਵਾਸਤੇ ਇੱਕ ਸਪੈਸ਼ਲ ਕੰਬੋ ਕੋਰਸ ਮਿਲਦਾ ਪਿਆ। ਤੁਸੀਂ ਇਹ 1300 ਚ ਨਹੀਂ ਲੈਣਾ, ਤੁਸੀਂ ਆਪਾਂ ਨੂੰ WhatsApp ਤੇ ਮੈਸੇਜ ਕਰਨਾ ਹੈ ਕੰਬੋ ਲਿਖ ਕੇ। ਜੇ ਕੋਈ ਵੀ ਕੁਐਰੀ ਹੈਗੀ ਤਾਂ ਵੀ ਤੁਸੀਂ ਕਰ ਸਕਦੇ ਹੋ। ਤਾਂ ਤੁਹਾਨੂੰ ਇਹ ਕੋਰਸ 1100 ਰੁਪਏ ਦੇ ਵਿੱਚ ਮਿਲੂਗਾ, ਠੀਕ ਹੈ ਜੀ। ਲਗਭਗ ਤੁਹਾਡਾ ਕੰਪਲੀਟ ਕੰਪਿਊਟਰ ਪੰਜਾਬ GK ਪੰਜਾਬੀ ਗ੍ਰਾਮਰ ਕਿਤੇ ਵੀ ਦੇਖਣ ਦੀ ਜ਼ਰੂਰਤ ਨਹੀਂ ਹੈਗੀ। ਇਹਦੀ ਗਾਰੰਟੀ ਹੈ, ਜੋ ਕਰਵਾਇਆ ਪੇਪਰ 'ਚ ਆਊਗਾ, ਆਇਆ ਗੁਰੂ ਮਹਾਰਾਜ ਦੀ ਕਿਰਪਾ ਨਾਲ ਹੀ ਆਇਆ, ਠੀਕ ਹੈ। ਜੋ ਡਰ ਕੇ ਕਹਿ ਰਹੇ ਆ ਪਰਮਾਤਮਾ ਤੋਂ, ਠੀਕ ਹੈ ਜੀ। ਤੇ ਜਲਦੀ ਆਪਾਂ ਹੁਣ ਅਗਲੀ ਕਲਾਸ ਪਾਵਾਂਗੇ ਪੰਜਾਬ GK ਦੇ ਉੱਪਰ। ਕਲਾਸ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਰਨਾ ਤੁਹਾਡਾ ਫਰਜ਼ ਹੈ। ਕਾਲ ਕਰਨੀ ਹੈ ਰਾਜੇ ਤੁਸੀਂ 10 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ, ਸ਼ਾਮ ਨੂੰ ਕਦੇ ਵੀ ਕਰ ਸਕਦੇ ਇਸ ਨੰਬਰ ਦੇ ਉੱਪਰ।
ਕੋਈ ਵੀ ਤੁਹਾਡੀ ਕੁਐਰੀ ਹੈ, ਕੋਈ ਤੁਹਾਡੀ ਪ੍ਰੋਬਲਮ ਹੈ, ਤੁਹਾਡੀ ਕੋਈ ਵੀ ਚਿੰਤਾ ਦੀ ਗੱਲ ਹੈਗੀ ਆ, ਤੁਸੀਂ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ ਇਸ ਨੰਬਰ ਦੇ ਉੱਪਰ। ਬਾਕੀ ਸੁਝਾਅ ਦੇਣ ਵਾਸਤੇ ਤੁਸੀਂ ਮੈਸੇਜ ਕਰ ਸਕਦੇ ਹੋ। ਜੀ ਸਦਕੇ ਸੁਝਾਅ ਦਿਆ ਕਰੋ, ਮੈਂ ਹਮੇਸ਼ਾ ਵੈਲਕਮ ਕਰਦਾ ਜਿਹੜੇ ਬੱਚੇ ਕੋਈ ਮੇਰੇ ਤੋਂ ਜਾਣੇ ਅਣਜਾਣ ਚ ਗਲਤੀਆਂ ਹੁੰਦੀਆਂ ਨੇ ਜਾਂ ਕੋਈ ਵੀ ਆਪਣੇ ਚੈਨਲ ਨੂੰ ਲੈ ਕੇ ਸੁਜੈਸ਼ਨ ਹੁੰਦੀ ਹੈ, ਕਿਉਂਕਿ ਕਹਿੰਦੇ ਹੁੰਦੇ ਆ ਵੀ ਕੀੜੇ ਹਮੇਸ਼ਾ ਖੰਡ ਚ ਪੈਂਦੇ ਆ, ਲੂਣ ਚ ਨਹੀਂ ਪੈਂਦੇ। ਅਸਲੀ ਮਿੱਤਰ ਉਹ ਹੁੰਦੇ ਆ ਜਿਹੜੇ ਤੁਹਾਨੂੰ ਤੁਹਾਡੀ ਗਲਤੀਆਂ ਦੱਸਦੇ ਆ। ਠੀਕ ਹੈ ਜੀ, ਤਾਂ ਸ਼ੁਕਰੀਆ, ਧੰਨਵਾਦ। ਸਰਬਤ ਦਾ ਭਲਾ ਬਾਬਾ ਮਿਹਰ ਕਰੇ। ਜਲਦੀ ਮਿਲਦੇ ਆ।